तुम्हारी आप ले हो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸਾਰੰਗ ਮਹੱਲਾ ਨਾਵਾ। ਹਰ ਬਿਨ ਤੇਰੋ ਕੋ ਨਾ ਸਹਾਈ, ਕਾਂ ਕੀ ਮਾਤ ਪਿਤਾ ਸੁਤ ਬਨਤਾ, ਕੋ ਕਾਹੂ ਕੋ ਭਾਈ। ਹਰ ਬਿਨ ਤੇਰੋ ਕੋ ਨਾ ਸਹਾਈ, ਕਾਂ ਕੀ ਮਾਤ ਪਿਤਾ ਸੁਤ ਬਨਤਾ, ਕੋ ਕਾਹੂ ਕੋ ਭਾਈ। ਰਹਾਉ ਧਨ ਧਰਨੀ ਅਰ ਸੰਪਤ ਸਗਰੀ, ਜੋ ਮਾਨਿਓ ਅਪਨਾਈ। ਧਨ ਛੂਟੈ ਕਛ ਸੰਗ ਨਾ ਚਾਲੈ, ਕਹਾ ਤਾਹੇ ਲਪਟਾਈ। ਦੀਨ ਦਇਆਲ ਸਦਾ ਦੁਖ ਪੰਜਨ, ਤਾਸਿਓ ਰਚਨਾ ਬਡਾਈ। ਨਾਨਕ ਕਹਿਤ ਜਗਤ ਸਭ ਮਿਥਿਆ, ਜੋ ਸੁਪਨਾ ਰਹਿ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਅੱਜ ਸਾਧ ਸੰਗਤ ਜੀ, ਧੰਨ ਧੰਨ ਜਾਗਦੀ ਜੋਤ, ਧਰਮਵੀਰ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜੂਰ ਦਾ ਗੁਰਤਾ ਗੱਦੀ ਪੁਰਬ ਮਨਾਉਣ ਵਾਸਤੇ ਆਪ ਸਰਬੱਤ ਸੰਗਤਾਂ ਹਜੂਰ ਦੇ ਦਰਬਾਰ ਵਿੱਚ ਇਕੱਤਰ ਹੋਏ ਹੋ। ਮਹਾਰਾਜ ਜੀਆਂ ਦਾ ਅੱਜ ਸਾਧ ਸੰਗਤ ਜੀ ਗੁਰਤਾ ਗੱਦੀ ਦਿਵਸ ਹੈ। ਅਰਜਨ ਸ਼ਬਦ ਜਹਾਜ ਗੁਰੂ, ਪਦ ਪੰਕਜ ਸਭ ਸ੍ਰਿਸ਼ਟ ਉਧਾਰੈ। ਹਰ ਗੋਬਿੰਦ ਹਰ ਰਾਏ ਗੁਰੂ, ਹਰ ਕ੍ਰਿਸ਼ਨ ਨਿਰੰਜਨ ਅਪਰ ਅਪਾਰੇ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਿਸ ਸਮੇਂ ਸਾਧ ਸੰਗਤ ਜੀ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਹਜੂਰ ਪਿਆਨਾ ਕਰਨ ਲੱਗੇ, ਹਜੂਰ ਸ਼ਹਾਦਤ ਨੂੰ ਦੇਣ ਵਾਸਤੇ। ਜਿਸ ਸਮੇਂ ਸਾਧ ਸੰਗਤ ਜੀ ਬ੍ਰਹਮ ਗਿਆਨੀ ਕੈ ਧੀਰਜ ਏਕ, ਜੈਸੇ ਮਹਾਰਾਜ ਜੀਆਂ ਨੇ ਬਚਨ ਉਚਾਰਨ ਕੀਤੇ ਹੈ। ਕੋਈ ਧਰਤੀ ਨੂੰ ਚਾਹੇ ਖੋਦੇ, ਕੋਈ ਧਰਤੀ ਨੂੰ ਕੋਈ ਚੰਦਨ ਦਾ ਲੇਪ ਲਗਾਵੇ। ਸਾਈਂ ਮੀਆਂ ਮੀਰ ਜੀਆਂ ਨੇ ਪੁੱਛਿਆ ਸੀ, ਹਜੂਰ ਐਸਾ ਧਰਤੀ ਜਿੱਡਾ ਵੀ ਕਿਸੇ ਵਿੱਚ ਧੀਰਜ ਹੋ ਸਕਦਾ ਹੈ? ਮਹਾਰਾਜ ਜੀਆਂ ਨੇ ਉਸ ਸਮੇਂ ਬਚਨ ਕਹੇ ਸੀ, ਸਾਈਂ ਜੀ ਸਮਾਂ ਆਵੇਗਾ, ਇਹ ਪੰਕਤੀਆਂ ਆਪ ਜੀਆਂ ਨੂੰ ਪ੍ਰਤੱਖ ਹੁੰਦੀਆਂ ਨਜ਼ਰ ਆਉਣਗੀਆਂ। ਜਿਸ ਸਮੇਂ ਸਾਧ ਸੰਗਤ ਜੀ ਹਜੂਰ ਨੇ ਪਿਆਨਾ ਕਰਨਾ ਸੀ ਲਾਹੌਰ ਨੂੰ, ਉਸ ਸਮੇਂ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਭਾਈ ਗੁਰਦਾਸ ਜੀ ਇਤਿਆਦਿਕ ਕੁਝ 94 ਗੁਰਸਿੱਖਾਂ ਨੂੰ ਹਜੂਰ ਨੇ ਸੱਦਿਆ। ਤਾਂ ਉਸ ਸਮੇਂ ਕਿਹਾ ਸੀ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਕਿ ਬਾਬਾ ਬੁੱਢਾ ਸਾਹਿਬ ਜੀ ਸਾਡੇ ਸਾਹਿਬਜ਼ਾਦੇ ਗੁਰਤਾ ਗੱਦੀ ਤੇ ਬਹਿਣ ਦੇ ਲਾਇਕ ਹਨ। ਮਹਾਰਾਜ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਪਹਿਲੇ ਸਤਿਗੁਰੂ ਪਰਖ ਲਿਆ ਕਰਦੇ ਸੀ, ਇਹ ਤਾਂ ਹਜੂਰ ਦੀ ਵਡਿਆਈ ਹੈ। ਹਜੂਰ ਸੇਵਕ ਨੂੰ ਮਾਣ ਬਖਸ਼ਦੇ ਹਨ। ਬਾਬਾ ਬੁੱਢਾ ਸਾਹਿਬ ਜੀਆਂ ਨੇ ਦੋਨੋਂ ਹੱਥ ਜੋੜ ਦਿੱਤੇ। ਹਜੂਰ ਆਪ ਜੀਆਂ ਦੀ ਜੋਤ ਹਨ। ਮਹਾਰਾਜ ਜੀ ਇਹ ਤਾਂ ਸਰਬ ਕਲਾ ਸਮਰੱਥ ਹਨ। ਉਸ ਸਮੇਂ ਸਾਧ ਸੰਗਤ ਜੀ ਹਜੂਰ ਤੋਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਹਾਰਾਜ ਜੀ ਇਹ ਰਸਮ ਗੁਰਤਾ ਗੱਦੀ ਦੀ ਵੱਡੇ ਸਤਿਗੁਰੂ ਉਦੋਂ ਕਰਦੇ ਹਨ ਜਦੋਂ ਭਾਵ ਜੋਤੀ ਜੋਤ ਸਮਾਉਣਾ ਹੋਵੇ। ਮਹਾਰਾਜ ਜੀ ਆਪ ਕੀ ਭਾਣਾ ਵਰਤਾਉਣ ਜਾ ਰਹੇ ਹੋ? ਉਸ ਸਮੇਂ ਹਜੂਰ ਨੇ ਕਿਹਾ ਸੀ, ਬਾਬਾ ਬੁੱਢਾ ਸਾਹਿਬ ਜੀ ਆਪ ਤਾਂ ਸਭ ਕੁਝ ਜਾਣਦੇ ਹੋ। ਇਸੇ ਤਰ੍ਹਾਂ ਸਾਧ ਸੰਗਤ ਜੀ ਧੰਨ ਧੰਨ ਮਾਤਾ ਗੰਗਾ ਜੀ ਹਜੂਰ ਦੇ ਮਾਤਾ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਕੁੱਖ ਤੋਂ ਪ੍ਰਕਾਸ਼ ਹੋਇਆ ਹੈ।
ਮਾਤਾ ਜੀਆਂ ਨੂੰ ਪਤਾ ਸੀ। ਜਿਸ ਤਰ੍ਹਾਂ ਸਾਧ ਸੰਗਤ ਜੀ ਪ੍ਰਿਥੀ ਚੰਦ ਜੀ ਜੋ ਸਨ, ਇਹਨਾਂ ਨੇ ਸ਼ੁਰੂ ਤੋਂ ਹੀ ਜਿਸ ਸਮੇਂ ਤੋਂ ਹਜੂਰ ਦਾ ਪ੍ਰਕਾਸ਼ ਹੋਇਆ, ਇਹ ਚਾਹੁੰਦੇ ਸੀ ਕਿ ਸਾਡਾ ਪੁੱਤਰ ਮਿਹਰਬਾਨ ਅਗਲਾ ਗੁਰੂ ਘਰ ਦੇ ਵਿੱਚ ਗੁਰਤਾ ਗੱਦੀ ਤੇ ਉਹ ਬੈਠੇ, ਕਿਉਂਕਿ ਮਾਤਾ ਜੀਆਂ ਦੇ ਘਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਲੰਮੇ ਸਮੇਂ ਤੋਂ ਬਾਅਦ ਹੋਇਆ ਸੀ। ਜਿਸ ਸਮੇਂ ਸਾਧ ਸੰਗਤ ਜੀ ਇਸ ਪ੍ਰਿਥੀ ਚੰਦ ਜੀਆਂ ਨੇ ਜਿਸ ਤਰ੍ਹਾਂ ਹਜੂਰ ਤੇ ਬਹੁਤ ਤੰਤਰ ਮੰਤਰ ਜਿਸ ਸਮੇਂ ਵਾਸਨਾ ਚੱਲੇ, ਉਸ ਸਮੇਂ ਦਾਈ ਨੂੰ ਉਸ ਦੇ ਅਸਥਣਾ ਨੂੰ ਜ਼ਹਿਰ ਲਾ ਕੇ ਭੇਜਿਆ। ਜਿਸ ਤਰ੍ਹਾਂ ਹਜੂਰ ਜਦੋਂ ਉਸ ਦਾ ਦੁੱਧ ਚੁੰਗਣਗੇ ਜ਼ਹਿਰ ਦੇ ਨਾਲ ਮਹਾਰਾਜ ਜੀਆਂ ਨੂੰ ਸਾਧ ਸੰਗਤ ਜੀ ਜਿਸ ਤਰ੍ਹਾਂ ਮਾਰਨ ਦੀ ਇਹਨਾਂ ਨੇ ਸਾਜ਼ਿਸ਼ਾਂ ਕੀਤੀਆਂ, ਉਸ ਸਮੇਂ ਸਾਧ ਸੰਗਤ ਜੀ ਉਸੇ ਜ਼ਹਿਰ ਨਾਲ ਉਹ ਦਾਈ ਆਪ ਹੀ ਮਰ ਗਈ। ਇਸੇ ਤਰ੍ਹਾਂ ਇੱਕ ਸਪੇਰੇ ਨੂੰ ਮਾਇਆ ਦੇ ਕੇ ਸੱਪ ਜਿਸ ਤਰ੍ਹਾਂ ਦੇ ਕੇ ਭੇਜਿਆ ਸੀ, ਉਸ ਸਮੇਂ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਸੱਪ ਨੂੰ ਸਿਰੀ ਤੋਂ ਹੀ ਫੜ ਕੇ ਜਿਸ ਤਰ੍ਹਾਂ ਸੁੱਟ ਦਿੱਤਾ ਸੀ, ਉਸ ਸਮੇਂ ਸੇਵਕਾਂ ਨੇ ਵੇਖਿਆ ਇਹ ਪ੍ਰਗਟ ਹੋ ਚੁੱਕਿਆ ਸੀ। ਧੰਨ ਮਾਤ ਗੰਗਾ ਜੀ ਉਸ ਸਮੇਂ ਬਚਨ ਉਚਾਰੇ, ਹਜੂਰ ਸ਼ਰੀਕਾ ਵੀ ਮਹਾਰਾਜ ਜੀ ਈਰਖਾ ਕਰਦਾ ਹੈ, ਸਾਨੂੰ ਹਜੂਰ ਕਿਹਦੇ ਆਸਰੇ ਛੱਡ ਚੱਲੇ ਹੋ। ਜਿਸ ਸਮੇਂ ਮਾਤਾ ਗੰਗਾ ਜੀਆਂ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਐਸੇ ਬਚਨ ਕਹੇ, ਉਸ ਸਮੇਂ ਹਜੂਰ ਨੇ ਬਚਨ ਕਹੇ ਸੀ ਮਾਤਾ ਗੰਗਾ ਜੀਆਂ ਨੂੰ, ਜਿਸ ਆਪਣੇ ਪੁੱਤਰ ਨੂੰ ਤੁਸੀਂ ਛੋਟਾ ਸਮਝਦੇ ਹੋ, ਇਹ ਐਡੇ ਮਹਾਨ ਪੁਰਸ਼ਾਰਥ ਕਰਨਗੇ। ਇਹ ਮਹਾਰਾਜ ਜੀਆਂ ਨੇ ਬਚਨ ਕਹੇ ਸਨ। ਇਹਨਾਂ ਦੀਆਂ ਗਾਥਾਵਾਂ ਸੁਣ ਸੁਣ ਕੇ ਮਰੀਆਂ ਹੋਈਆਂ ਕੌਮਾਂ ਦੇ ਵਿੱਚ ਜਾਨ ਭਰ ਜਾਵੇਗੀ। ਇਹ ਕਾਇਰਾਂ ਨੂੰ ਸ਼ੇਰ ਬਣਾਉਣਗੇ। ਇਹਨਾਂ ਨੇ ਸਾਧ ਸੰਗਤ ਜੀ ਜਿਸ ਸਮੇਂ ਹਜੂਰ ਨੇ ਬਚਨ ਕਹੇ ਕਿ ਇਸ ਮੁਗਲਿਆ ਸਮਰਾਜ ਦੀ ਇਹਨਾਂ ਪਾਪੀਆਂ ਨੂੰ ਨਾਸ਼ ਕਰਨ ਵਾਸਤੇ ਇਹਨਾਂ ਦਾ ਅਵਤਾਰ ਹੋਇਆ ਹੈ, ਜਿਸ ਸਮੇਂ ਸਾਧ ਸੰਗਤ ਜੀ ਐਸੇ ਬਚਨ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਤੋਂ ਜਿਸ ਸਮੇਂ ਹਜੂਰ ਚਾਲਾ ਪਾਉਣ ਲੱਗੇ, ਸਰਬੱਤ ਸੰਗਤਾਂ ਹਜੂਰ ਦੇ ਪਿੱਛੇ ਪਿੱਛੇ ਜਾ ਰਹੀਆਂ ਹਨ। ਸਰਬੱਤ ਸੰਗਤਾਂ ਹਜੂਰ ਦੇ ਦਰਸ਼ਨਾਂ ਦੀਆਂ ਭੌਰੀਆਂ ਹੋਈਆਂ, ਮਹਾਰਾਜ ਜੀਆਂ ਦੇ ਦਰਸ਼ਨਾਂ ਨੂੰ ਸਦਾ ਦੇਖਣਾ ਚਾਹੁੰਦੀਆਂ ਹਨ। ਉਸ ਸਮੇਂ ਹਜੂਰ ਨੇ ਸਾਧ ਸੰਗਤ ਸੀ ਉੱਥੇ ਸ਼ੁਭ ਸਿੱਖਿਆਵਾਂ ਸੰਗਤਾਂ ਨੂੰ ਦਸੀਆਂ। ਮਹਾਰਾਜ ਜੀਆਂ ਨੇ ਨਾਮ ਦਾ ਉਪਦੇਸ਼ ਦਿੱਤਾ। 5 ਗੁਰਸਿੱਖ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨਾਲ ਜਾਂਦੇ ਹਨ, ਲਾਹੌਰ ਵਿਖੇ ਸਾਧ ਸੰਗਤ ਜੀ ਜੋ 3 ਜੂਨ ਆ ਰਹੀ ਹੈ, ਉਸ ਦਿਨ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਧਰਮ ਦੇ ਖਾਤਰ ਮਹਾਰਾਜ ਜੀਆਂ ਨੇ ਸ਼ਹਾਦਤ ਦਿੱਤੀ, ਪਰ ਜੋ ਹਜੂਰ ਦੇ ਨਾਲ 5 ਗੁਰਸਿੱਖ ਗਏ ਸਨ, ਜਿਸ ਸਮੇਂ ਅੰਮ੍ਰਿਤਸਰ ਸਾਹਿਬ ਵਾਪਸ ਆਏ, ਮਹਾਰਾਜ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ 'ਚ ਹਜੂਰ ਸੱਜੇ ਹੋਏ ਸਨ। 5 ਗੁਰਸਿੱਖ ਧੰਨ ਭਾਈ ਜੇਠਾ ਜੀ, ਧੰਨ ਭਾਈ ਪ੍ਰਾਣਾ ਜੀ, ਧੰਨ ਭਾਈ ਲੰਗਾ ਜੀ, ਧੰਨ ਭਾਈ ਪੈੜਾ ਜੀ ਤੇ ਧੰਨ ਧੰਨ ਬਾਬਾ ਬਿਧੀ ਚੰਦ ਜੀ ਜਿਸ ਸਮੇਂ ਵਾਪਸ ਆਏ, ਜਿਸ ਸਮੇਂ ਹਜੂਰ ਨੇ ਪੁੱਛਿਆ ਕਿ ਸਾਡੇ ਪਿਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਗੁਰਸਿੱਖਾਂ ਨੂੰ ਹਜੂਰ ਪੁੱਛਦੇ ਹਨ, ਉਹ ਨਹੀਂ ਆਏ, ਪਿਤਾ ਜੀ ਕਿੱਥੇ ਰਹਿ ਗਏ ਹਨ। ਗੁਰਸਿੱਖਾਂ ਦੇ ਨੇਤਰ ਥੱਲੇ ਨੂੰ ਝੁਕੇ ਹੋਏ ਸਨ। ਮਹਾਰਾਜ ਜੀਆਂ ਦੇ ਅੱਗੇ ਨੀਵੀਆਂ ਪਈਆਂ ਸਨ ਕਿ ਕਿਹੜੇ ਹਿਰਦੇ ਨਾਲ ਆਖਾਂਗੇ ਕਿਸ ਤਰ੍ਹਾਂ ਮਹਾਰਾਜ ਜੀਆਂ ਨੇ ਸ਼ਹਾਦਤ ਦਿੱਤੀ ਹੈ। ਮਹਾਰਾਜ ਜੀਆਂ ਨੇ ਆਖਿਆ, ਭਾਈ ਪ੍ਰਾਣਾ ਜੀ ਆਪ ਜੀ ਦੱਸੋ। ਉਸ ਸਮੇਂ ਹਜੂਰ ਨੂੰ ਜਿਸ ਤਰ੍ਹਾਂ ਭਾਈ ਪ੍ਰਾਣਾ ਜੀਆਂ ਨੇ ਦੱਸਿਆ ਕਿਸ ਤਰ੍ਹਾਂ ਯਾਸਾਂ ਦੀਆਂ ਸਜ਼ਾਵਾਂ ਨਾਲ ਹਜੂਰ ਨੂੰ ਸ਼ਹੀਦ ਕੀਤਾ ਗਿਆ, ਉਸ ਸਮੇਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 11 ਸਾਲ ਦੀ ਲਗਭਗ ਹਜੂਰ ਦੀ ਆਯੂ ਹੈ। ਘਰ ਦੇ ਵਿੱਚ ਸਾਧ ਸੰਗਤ ਜੀ ਜਿਸ ਤਰ੍ਹਾਂ ਗਮੀ ਦਾ ਮਾਹੌਲ ਹੋਇਆ, ਉਸ ਸਮੇਂ ਹਜੂਰ ਨੇ ਆਖਿਆ, ਬਾਬਾ ਬੁੱਢਾ ਸਾਹਿਬ ਜੀ ਸਭ ਨੂੰ ਧੀਰਜ ਦੇਵੋ, ਆਖੋ ਕਿ ਇਹ ਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਮੌਜ ਹੈ। ਹਜੂਰ ਦੀ ਸਰੀਰ ਨਾਸ਼ਵੰਤ ਹੁੰਦੇ ਹਨ। ਮਹਾਰਾਜ ਜੀਆਂ ਦੀ ਯਾਦ ਵਿੱਚ ਵੱਧ ਤੋਂ ਵੱਧ ਗੁਰਬਾਣੀ ਦਾ ਅਭਿਆਸ ਕੀਤਾ ਜਾਵੇ। ਉੱਥੇ ਹਜੂਰ ਨੇ ਸਾਧ ਸੰਗਤ ਜੀ ਚਿੱਠੀਆਂ ਜਿਸ ਤਰ੍ਹਾਂ ਭੇਜੀਆਂ, ਬਾਬਾ ਬੁੱਢਾ ਸਾਹਿਬ ਜੀਆਂ ਨੇ ਜਿਸ ਤਰ੍ਹਾਂ ਲਾਗੂ ਕੀਤੀਆਂ, ਸਰਬੱਤ ਸੰਗਤਾਂ ਇਕੱਤਰ ਹੋਈਆਂ। ਜਿਸ ਜਗ੍ਹਾ ਤੇ ਸਾਧ ਸੰਗਤ ਜੀ ਅੱਜ ਅਕਾਲ ਤਖਤ ਸਾਹਿਬ ਸੁਸ਼ੋਭਿਤ ਹੈ, ਉਸ ਜਗ੍ਹਾ ਤੇ ਹਜੂਰ ਨੇ ਦੀਵਾਨ ਸਜਾਇਆ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਧੰਨ ਬਾਬਾ ਬਿਧੀ ਚੰਦ ਜੀ,
ਧੰਨ ਭਾਈ ਪ੍ਰਾਣਾ ਜੀਆਂ ਨੂੰ ਆਖਿਆ ਕਿ ਜਿਸ ਤਰ੍ਹਾਂ ਸਾਡੇ ਗੁਰੂ ਪਿਤਾ ਜੀਆਂ ਨੇ ਸ਼ਹਾਦਤ ਦਿੱਤੀ ਹੈ, ਮਹਾਰਾਜ ਜੀਆਂ ਨੇ ਕਿਹਾ ਸਰਬੱਤ ਸੰਗਤਾਂ ਨੂੰ ਸੁਣਾਈ ਜਾਵੇ, ਕਿਉਂਕਿ ਹਜੂਰ ਨੇ ਤੱਕਿਆ ਸੀ। ਹਜੂਰ ਦੀ ਸ਼ਹਾਦਤ ਤੋਂ ਬਾਅਦ ਸਰਬੱਤ ਸੰਗਤਾਂ ਦੇ ਦਿਲ ਸਹਿਮ ਗਏ ਸੀ। ਸਭ ਮਹਾਰਾਜ ਜੀਆਂ ਦੀ ਸ਼ਹਾਦਤ ਤੋਂ ਬਾਅਦ ਚਿਹਰੇ ਮੁਰਝਾ ਗਏ ਸੀ ਇਹਨਾਂ ਪਾਪੀਆਂ ਦੇ ਰਾਜ ਤੇ ਡਰ ਤੋਂ। ਉਸ ਸਮੇਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਖਤ ਤੇ ਸੱਜੇ ਸਨ। ਜਿਸ ਸਮੇਂ ਭਾਈ ਪ੍ਰਾਣਾ ਜੀਆਂ ਨੇ ਦੱਸਿਆ ਕਿਸ ਤਰ੍ਹਾਂ ਹਜੂਰ ਦੇ ਸੀਸ ਤੇ ਤੱਤਾ ਰੇਤਾ ਪਾਇਆ ਗਿਆ, ਕਿਸ ਤਰ੍ਹਾਂ ਹਜੂਰ ਦੇ ਭਾਵ ਤਤੀ ਤਵੀ ਤੇ ਬਿਠਾਇਆ ਗਿਆ, ਹਜੂਰ ਦਾ ਮਾਸ ਉੱਪਰੋਂ ਸੜ ਕੇ ਥੱਲਿਓਂ ਪਿੰਜਣੀਆਂ ਨਿਕਲ ਆਈਆਂ, ਜਿਸ ਤਰ੍ਹਾਂ ਗੁਰਸਿੱਖਾਂ ਨੇ ਦੱਸਿਆ, ਸਾਰਾ ਸਾਧ ਸੰਗਤ ਜੀ ਸੰਗਤ ਦੇ ਵਿੱਚ ਬਹੁਤ ਹੀ ਰੋਸ ਭਰ ਆਇਆ, ਦਿਲ ਚੀਰਮੀਆਂ। ਜਿਸ ਤਰ੍ਹਾਂ ਹਜੂਰ ਦੀ ਸ਼ਹਾਦਤ ਗੁਰਸਿੱਖਾਂ ਨੇ ਬਿਆਨ ਕੀਤੀ, ਉਸ ਸਮੇਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜੂਰ ਦੇ ਡੌਲੇ ਫੜਕੇ ਹਨ। 11 ਸਾਲ ਦੀ ਆਯੂ ਹੈ। ਹਜੂਰ ਨੇ ਹਰਿਮੰਦਰ ਸਾਹਿਬ ਜੀਆਂ ਦੀਆਂ ਵੱਲ ਦੋਵੇਂ ਭੁਜਾਵਾਂ ਤਾਂ ਨੂੰ ਖੜੀਆਂ ਕਰਕੇ ਪ੍ਰਤੱਗਿਆ ਕੀਤੀ ਸੀ। ਚੋਰ, ਯਾਰ, ਵੇਸ਼ਵਾ, ਜਾਮੀ ਇਤਿਆਦਿਕ ਜਿੰਨੀਆਂ ਸਜ਼ਾਵਾਂ ਹਨ, ਸਾਰੀਆਂ ਸਾਨੂੰ ਲੱਗਣ ਜੇ ਅਸੀਂ ਉਸ ਪਾਪੀ ਚੰਦੂ ਦੇ ਨੱਕ ਵਿੱਚ ਨਕੇਲ ਨਾ ਪਾਈਏ। ਉਸ ਸਮੇਂ ਸਾਧ ਸੰਗਤ ਜੀ ਗੁਰਸਿੱਖ ਸੰਗਤਾਂ ਡਰੀਆਂ ਹੋਈਆਂ ਸਨ, ਜੋ ਉਹਨਾਂ ਵਿੱਚ ਵੀ ਵੀਰ ਰਸ ਜਾਗਿਆ। ਪਰ ਗੁਰੂ ਘਰ ਦੇ ਮਸੰਦ ਸਨ, ਜੋ ਮਾਤਾ ਜੀਆਂ ਪਾਸ ਜਾ ਕੇ ਕਹਿੰਦੇ ਹਨ ਹਜੇ ਸਾਹਿਬਜ਼ਾਦੇ ਦੀ ਆਯੂ ਛੋਟੀ ਹੈ, ਹਜੇ ਤਾਂ ਹਜੂਰ ਸ਼ਹੀਦ ਹੋਏ ਹਨ। ਇਹ ਤਾਂ ਫਿਰ ਜੇ ਉਹਨਾਂ ਬਾਦਸ਼ਾਹ ਨੂੰ ਖਬਰ ਪਹੁੰਚ ਗਈ, ਗੁਰੂ ਘਰ ਲਈ ਠੀਕ ਨਹੀਂ ਹੋਵੇਗਾ। ਉਸ ਸਮੇਂ ਜਿਸ ਸਮੇਂ ਮਾਤਾ ਜੀਆਂ ਨੇ ਕਿਹਾ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਬਚਨ ਕਹੇ ਸੀ, ਮਾਤਾ ਜੀ ਮਸੰਦ ਡਰਪੋਕ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨਗੇ। ਉਹ ਦਿਨ ਆਵੇਗਾ ਜਿਸ ਸਮੇਂ ਅਸੀਂ ਉਸ ਪਾਪੀ ਚੰਦੂ ਦੀ ਨੱਕ ਵਿੱਚ ਨਕੇਲ ਪਾ ਕੇ ਕੁੱਤਿਆਂ ਵਿੱਚ ਬੰਨ੍ਹ ਕੇ ਉਸ ਨੂੰ ਲੈ ਕੇ ਆਵਾਂਗੇ। ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਹਜੂਰ ਨੇ ਕੀਤਾ। ਮਹਾਰਾਜ ਜੀਆਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ। 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ। ਜਿਹੜੇ ਪਹਿਲੇ ਪੀਰਾਨ ਪੀਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹ ਭਾਈ ਗੁਰਦਾਸ ਜੀ ਕਹਿੰਦੇ ਹਨ 5 ਪੀਰ ਤੇ ਜਿਨ੍ਹਾਂ ਨੇ 5 ਪਿਆਲੇ ਪੀਤੇ ਸਨ, 7 ਸੰਤੋਖ, ਦਇਆ, ਧਰਮ, ਧੀਰਜ ਦੇ ਪੀਤੇ ਸਨ, ਭਾਵ ਦੈਵੀ ਗੁਣ ਜੋ ਸਤੋ ਗੁਣ ਧਾਰਨ ਕੀਤੇ ਸਨ। 6ਠਮ ਪੀਰ ਬੈਠਾ ਗੁਰ ਭਾਰੀ। ਪਰ ਜਿਹੜੇ 6ਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਰੀ ਗੁਰੂ ਗੁਰਤਾ ਗੱਦੀ ਤੇ ਸੱਜੇ ਹਨ। ਇਹਨਾਂ ਨੇ ਸਾਧ ਸੰਗਤ ਜੀ ਦੇਗ ਤੇਗ ਦੀਆਂ 2 ਤਲਵਾਰਾਂ ਪਹਿਨੀਆਂ ਹਨ। ਜਿਸ ਸਮੇਂ ਹਜੂਰ ਤਖਤ ਤੇ ਸੱਜੇ ਹਨ, ਮਹਾਰਾਜ ਜੀਆਂ ਨੇ ਸ਼ਾਂਤ ਰਸ ਦੇ ਨਾਲ ਵੀਰ ਰਸ ਦੇ ਪਿਆਲੇ ਹਜੂਰ ਨੇ ਪੀਤੇ ਤੇ ਸੰਗਤਾਂ ਨੂੰ ਪਿਆਏ ਹਨ। ਮਹਾਰਾਜ ਜੀਆਂ ਨੇ ਸੰਗਤਾਂ ਤੋਂ ਸਾਧ ਸੰਗਤ ਜੀ ਜਿਸ ਸਮੇਂ ਪੀੜਾ ਸਾਹਿਬ ਤੇ ਮਾਲਾ ਜਿਸ ਤਰ੍ਹਾਂ ਗੁਰਤਾ ਗੱਦੀ ਦੀਆਂ ਨਿਸ਼ਾਨੀਆਂ ਸਨ, ਮਹਾਰਾਜ ਜੀਆਂ ਨੇ ਮਸਤਕ ਨਾਲ ਲਾ ਕੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਇਹਨਾਂ ਨੂੰ ਤੋਸੇ ਖਾਨੇ ਵਿੱਚ ਰੱਖ ਦਿੱਤਾ ਜਾਵੇ। ਹਜੂਰ ਮੀਰੀ ਤੇ ਪੀਰੀ ਦੀਆਂ 2 ਸਾਧ ਸੰਗਤ ਜੀ ਸ੍ਰੀ ਸਾਹਿਬਾਂ ਪਹਿਨ ਕੇ ਅੱਜ ਦੇ ਦਿਨ ਤਖਤ ਤੇ ਸਾਹਿਬ ਮਹਾਰਾਜ ਜੀ ਸੱਜ ਬੈਠੇ ਹਨ। ਜਿਸ ਤਰ੍ਹਾਂ ਹਜੂਰ ਨੇ ਗੁਰਸਿੱਖਾਂ ਨੂੰ ਜਿਸ ਤਰ੍ਹਾਂ ਐਲਾਨ ਕੀਤਾ ਸੀ, ਜਵਾਨੀਆਂ ਭੇਟ ਕਰੋ, ਸ਼ਸਤਰ ਭੇਟ ਕਰੋ, ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਜੋ ਕਹਿੰਦੇ ਸਨ, ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਬਹੂ ਨਾ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਜੋ ਇਹਨਾਂ ਸਾਧ ਸੰਗਤ ਜੀ ਜ਼ਾਲਮਾਨਾ ਸਰਕਾਰਾਂ ਤੋਂ ਡਰਦੇ ਸਨ, ਸਹਿਮੇ ਹੋਏ ਲੋਕ ਸਨ, ਮਹਾਰਾਜ ਜੀਆਂ ਨੇ ਸਾਧ ਸੰਗਤ ਜੀ 20 ਰਸ ਦੇ ਪਿਆਲੇ ਉਹਨਾਂ ਨੂੰ ਪਿਆਏ। 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੀ ਕਾਇਆ ਇਸ ਸਰੀਰ ਨੂੰ ਪਲਟ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਰੂਪ ਬਣ ਕੇ ਤਖਤ ਤੇ ਸੱਜੇ ਬੈਠੇ ਹਨ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ
ਵੱਡ ਜੋਧਾ ਬਹੁ ਪਰ ਉਪਕਾਰੀ, ਦਲ ਭੰਜਨ ਸੂਰਮੇ ਸਤਿਗੁਰੂ, ਜਿਨ੍ਹਾਂ ਦਾ ਇੱਕ ਤੀਰ ਸਾਧ ਸੰਗਤ ਜੀ ਮੁਗਲਿਆ ਸੈਨਾ ਤੇ ਐਸਾ ਭਾਰੀ ਪੈਂਦਾ ਸੀ, ਭਾਵ ਉੱਥੇ ਹੀ ਥੰਮ ਦਿੰਦਾ ਸੀ ਜੰਗ ਦੇ ਮੈਦਾਨ ਵਿੱਚ ਜੰਗ ਨੂੰ। ਮਹਾਰਾਜ ਜੀ ਸਾਧ ਸੰਗਤ ਜੀ ਇਤਿਹਾਸ ਜ਼ਿਕਰ ਕਰਦਾ ਹੈ, ਜਿਸ ਸਮੇਂ ਦੁਸ਼ਮਣ ਚੜ੍ਹਾਈ ਕਰਕੇ ਆਉਂਦਾ ਸੀ, ਮਹਾਰਾਜ ਜੀ ਐਸਾ ਤੇਗੇ ਦਾ ਵਾਰ ਛੱਡਦੇ ਸੀ, ਦੁਸ਼ਮਣ ਦੀ ਛਾਤੀ ਨੂੰ ਚੀਰਦਾ ਹੋਇਆ ਤੇਗਾ ਘੋੜੇ ਦੀ ਕਾਠੀ ਤੱਕ ਨੂੰ ਵੱਢ ਸੁੱਟਦਾ ਸੀ। ਐਸੇ ਬਲੀ ਬਹਾਦਰ ਸੂਰਮੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜੂਰ ਨੇ ਸਾਧ ਸੰਗਤ ਜੀ ਚਾਰ ਜਿਸ ਤਰ੍ਹਾਂ ਜੰਗਾਂ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਕੀਤੀਆਂ ਹਨ, ਧੰਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਜੰਗ, ਸ਼੍ਰੀ ਹਰਗੋਬਿੰਦਪੁਰ ਸਾਹਿਬ ਜੀਆਂ ਦੀ, ਇਸੇ ਤਰ੍ਹਾਂ ਗੁਰੂਸਰ ਮਹਾਰਾਜ, ਇਸ ਤਰ੍ਹਾਂ ਕਰਤਾਰਪੁਰ ਸਾਹਿਬ ਦੀਆਂ ਚਾਰ ਜੰਗਾਂ, ਵੱਡ ਜੋਧਾ ਬਹੁ ਪਰ ਉਪਕਾਰੀ। ਜਿੱਥੇ ਮਹਾਰਾਜ ਜੀ ਵੱਡੇ ਜੋਧੇ ਹਨ, ਉੱਥੇ ਹਜੂਰ ਵੱਡਾ ਪਰ ਉਪਕਾਰ ਕਰਦੇ ਹਨ, ਕਿਉਂਕਿ ਸਾਧ ਸੰਗਤ ਜੀ ਇਨਸਾਨੀ ਦਿਮਾਗ ਸੋਚਦਾ ਹੈ ਕਿਸੇ ਨੂੰ ਮਾਰਨਾ ਕਿਸ ਤਰ੍ਹਾਂ ਪਰ ਉਪਕਾਰ ਹੋ ਸਕਦਾ ਹੈ। ਜਦੋਂ ਸਾਧ ਸੰਗਤ ਜੀ ਬੰਦਾ ਪਾਪ ਹੀ ਕਰਦਾ ਜਾਵੇ, ਉਸ ਦੀਆਂ ਅੱਖਾਂ ਤੇ ਫੋਲੇ ਪੈ ਜਾਣ, ਕੁਛ ਉਸ ਨੂੰ ਦਿਸੇ ਹੀ ਨਾ ਚੰਗਾ ਮਾੜਾ, ਉਸ ਸਮੇਂ ਉਸ ਦੇ ਪਾਪਾਂ ਨੂੰ ਉੱਥੇ ਹੀ ਥੰਮਣ ਵਾਸਤੇ ਹਜੂਰ ਦਾ ਤੇਗਾ ਉਹਨਾਂ ਨੂੰ ਸਾਧ ਸੰਗਤ ਜੀ ਮੁਕਤੀ ਦਿੰਦਾ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਾਧ ਸੰਗਤ ਜੀ ਮਹਾਰਾਜ ਜੀਆਂ ਦੀ ਸੁੰਦਰਤਾ ਬਾਬਤ ਕਵੀ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਫਰਮਾਉਂਦੇ ਹਨ, ਸ੍ਰੀ ਗੁਰੂ ਹਰਗੋਬਿੰਦ ਬਰ ਸੰਬੱਧ ਧਰ ਧਿਆਨ। ਧੰਨ ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਹਨ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਐਸਾ ਡੀਲ ਡੌਲ ਸਾਧ ਸੰਗਤ ਜੀ ਇਤਿਹਾਸ ਜ਼ਿਕਰ ਕਰਦਾ ਹੈ, ਕਿਸੇ ਵੀ ਯੋਧੇ ਦਾ ਨਾ ਸੀ ਹੋਇਆ ਜਿੱਦਾਂ ਕੱਦ ਕਾਠ ਹਜੂਰ ਦਾ ਸੀ, ਚੌੜੀ ਛਾਤੀ ਤੇ ਗੋਡੇ ਤੱਕ ਲੰਮੀਆਂ ਭੁਜਾਵਾਂ। ਮਹਾਰਾਜ ਜੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜਿਸ ਸਮੇਂ ਹਜੂਰ ਸ਼ਸਤਰਾਂ ਦੇ ਸਮੇਤ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਧਾਰ ਕੇ ਹਜੂਰ ਤਖਤ ਤੇ ਸਜਦੇ ਹਨ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਅਸੀਂ ਐਸੇ ਸਤਿਗੁਰਾਂ ਦਾ ਧਿਆਨ ਧਰਦੇ ਹਾਂ, ਕਿਉਂਕਿ ਸਾਧ ਸੰਗਤ ਜੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਿਸ ਸਮੇਂ ਵਪਾਰੀ ਆਉਂਦੇ ਹਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਪਾਸ ਸੁੰਦਰ ਘੋੜੇ ਲੈ ਕੇ, ਉਸ ਸਮੇਂ ਹਜੂਰ ਨੇ ਆਖਿਆ ਸੀ ਉਸ ਵਪਾਰੀ ਨੂੰ, ਮੰਗ ਕੀ ਮੰਗਦਾ ਹੈ? ਕਹਿੰਦਾ ਹੈ, ਮਹਾਰਾਜ ਜੀ ਮੇਰੀਆਂ ਦੋ ਇੱਛਾਵਾਂ ਹਨ। ਹਜੂਰ ਦੇ ਅੱਗੇ ਜਿਸ ਸਮੇਂ ਬੇਨਤੀ ਕੀਤੀ, ਮਹਾਰਾਜ ਜੀ ਇੱਕ ਤਾਂ ਆਪ ਜੀਆਂ ਦਾ ਸ਼ਸਤਰਾਂ ਦੇ ਨਾਲ ਜਦੋਂ ਆਪ ਸ਼ਸਤਰ ਪਹਿਨਦੇ ਹੋ ਉਹ ਸਰੂਪ ਮੇਰੇ ਨੇਤਰਾਂ ਤੋਂ ਨਾ ਕਦੇ ਵਿਸਰੇ, ਤੇ ਦੂਸਰਾ ਮਹਾਰਾਜ ਜੀ ਮੈਨੂੰ ਜਮਾਂ ਦੀ ਮਾਰ ਨਾ ਖਾਣੀ ਪਵੇ। ਉਸ ਸਮੇਂ ਹਜੂਰ ਮੁਸਕਰਾਏ ਹਨ, ਕਿਹਾ ਵਪਾਰੀ ਜਿਹੜਾ ਤੂੰ ਸਾਡਾ ਸਰੂਪ ਦਾ ਧਿਆਨ ਧਰਨ ਬਾਰੇ ਜੋ ਆਪ ਜੀਆਂ ਨੇ ਬਚਨ ਆਖੇ ਹਨ, ਜੋ ਵੀ ਸਾਡੇ ਸਰੂਪ ਦਾ ਧਿਆਨ ਧਰਦਾ ਹੈ ਉਸ ਨੂੰ ਤਾਂ ਵੈਸੇ ਹੀ ਨਹੀਂ ਜਮਾਂ ਦੀਆਂ ਮਾਰਾਂ ਖਾਣੀਆਂ ਪੈਂਦੀਆਂ। ਅੱਜ ਸਾਧ ਸੰਗਤ ਜੀ ਕਵੀ ਭਾਈ ਸੰਤੋਖ ਸਿੰਘ ਜੀ ਧਿਆਨ ਧਰ ਰਹੇ ਹਨ, ਐਸੇ ਧਰਮਵੀਰ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਆਪਾਂ ਵੀ ਹਜੂਰ ਦਾ ਧਿਆਨ ਧਰੀਏ। ਹਜੂਰ ਦੇ ਸੀਸ ਤੇ ਸਾਧ ਸੰਗਤ ਜੀ ਸੁੰਦਰ ਕਲਗੀ ਜਿਸ ਤਰ੍ਹਾਂ ਬੜੀ ਸ਼ੋਭਾ ਪਾ ਰਹੀ ਹੈ, ਹਜੂਰ ਨੇ ਸਾਧ ਸੰਗਤ ਜੀ ਦੋ ਸ੍ਰੀ ਸਾਹਿਬਾਂ ਪੈਂਦੀਆਂ ਹਨ, 7 ਫੁੱਟ ਤੋਂ ਵਧੇਰੇ ਹਜੂਰ ਦਾ ਕੱਦ ਹੈ, ਚੌੜੀ ਛਾਤੀ ਹੈ, ਗੋਡੇ ਤਿੱਕਰ ਲੰਮੀਆਂ ਹਜੂਰ ਦੀਆਂ ਭੁਜਾਵਾਂ ਹਨ। ਮਹਾਰਾਜ ਜੀ ਸਾਧ ਸੰਗਤ ਜੀ ਅੱਗੇ ਅਲੰਕਾਰ ਬਾਂਧੇ ਹੋਏ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਬੰਦ ਦੋ ਕਰ ਬੰਦਨਾ ਸੁੰਦਰ ਦੁੱਤ ਮਦਨਾਨ। ਐਸੇ ਸਤਿਗੁਰਾਂ ਨੂੰ ਦੋਨੋਂ ਹੱਥ ਜੋੜ ਕੇ ਅਸੀਂ ਬੰਦਨਾ ਕਰਦੇ ਹਾਂ, ਜਿਨ੍ਹਾਂ ਅੱਗੇ ਕਾਮਦੇਵ ਵੀ ਭੱਦਾ ਪੈ ਜਾਂਦਾ ਹੈ, ਭਾਵ ਕਾਮਦੇਵ ਦੀ ਸੁੰਦਰਤਾ ਸਰੀਰ ਕਰਕੇ ਹੈ, ਪਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਸੁੰਦਰਤਾ ਸਾਧ ਸੰਗਤ ਜੀ ਰੂਹਾਨੀ ਸੁੰਦਰਤਾ ਹੈ, ਹਜੂਰ ਦੇ ਚਿਹਰੇ ਦਾ ਪ੍ਰਤਾਪ। ਸਾਧ ਸੰਗਤ ਜੀ ਕਵੀ ਭਾਈ ਸੰਤੋਖ ਸਿੰਘ ਜੀ ਜਿਸ ਸਮੇਂ ਹਜੂਰ ਦੇ ਚਰਨਾਂ ਕਮਲਾਂ ਦੀ ਉਸਤਤ ਕਰਦੇ ਹਨ, ਕਹਿੰਦੇ ਹਨ, ਕਮਲ ਫੁੱਲ ਦੀ ਮੈਂ ਕੀ ਉਦਾਹਰਣ ਦਵਾਂ, ਕਮਲ ਫੁੱਲ ਤਾਂ ਰਾਤ ਨੂੰ ਮੁਰਝਾ ਜਾਂਦਾ ਹੈ, ਪਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨ ਕਮਲ ਸਦਾ ਹੀ ਖੜਾ ਦੇ ਸਹਿਤ ਗੁਰਸਿੱਖਾਂ ਨੂੰ ਸੁੱਖ ਦਿੰਦੇ ਹਨ। ਇਸੇ ਤਰ੍ਹਾਂ ਕਹਿੰਦੇ ਹਨ, ਕਲਪ ਬ੍ਰਿਛ ਜੋ ਸਵਰਗਾਂ ਵਿੱਚ ਮੰਨਿਆ ਜਾਂਦਾ ਹੈ ਕਿ ਸਾਰਿਆਂ ਦੀ ਇੱਛਾਵਾਂ ਪੂਰੀ ਕਰਦਾ ਹੈ। ਕਵੀ ਜੀ ਕਹਿੰਦੇ ਹਨ, ਮਹਾਰਾਜ ਜੀ ਮੈਂ ਉਹਦੀ ਕੀ ਉਦਾਹਰਣ ਦਵਾਂ, ਆਪ ਜੀਆਂ ਦੇ ਚਰਨਾਂ ਕਮਲਾਂ ਤੋਂ ਤਾਂ ਮੁਕਤੀ ਪ੍ਰਾਪਤ ਹੁੰਦੀ ਹੈ।
ਕਲਪ ਬ੍ਰਿਛ ਤਾਂ ਆਪ ਹੀ ਮੁਕਤ ਨਹੀਂ ਹੈਗਾ। ਉਸ ਤੋਂ ਉਪਰੰਤ ਸਾਧ ਸੰਗਤ ਜੀ ਚਿੰਤਾਮਣੀ ਦੀ ਉਦਾਹਰਨ ਦਿੰਦੇ ਹਨ। ਮਹਾਰਾਜ ਜੀ ਚਿੰਤਾਮਣੀ ਤਾਂ ਲੋਕਾਂ ਨੂੰ ਪਦਾਰਥ ਦਿੰਦੀ ਹੈ, ਹੋਰ ਮਨ ਵਿੱਚ ਮੋਹ ਵਧਾਉਂਦੀ ਹੈ, ਪਰ ਹਜੂਰ ਆਪ ਜੀਆਂ ਦੇ ਚਰਨ ਕਮਲ ਹਜੂਰ ਮੋਹ ਨਾਸ਼ ਕਰਦੇ ਹਨ। ਫਿਰ ਕਵੀ ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਹਨ, ਸ਼੍ਰੀ ਗੁਰੂ ਹਰਗੋਬਿੰਦ ਪਦ ਆਨੰਦ ਕੋ ਕੰਦ ਜੋ, ਉਪਮੈ ਆਪ ਪੁਨ ਆਪ ਉਪਮਾਨ ਹੈ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਹਜੂਰ ਦੇ ਜੋ ਚਰਨ ਕਮਲ ਹਨ ਸਦਾ ਗੁਰਸਿੱਖਾਂ ਨੂੰ ਆਨੰਦ ਦਿੰਦੇ ਹਨ। ਹਜੂਰ ਦੇ ਚਰਨ ਕਮਲ ਕੀ, ਹਜੂਰ ਦੇ ਚਰਨਾਂ ਦੇ ਜੋ ਨਖ ਨਹੁੰ ਹਨ ਉਹ ਗੁਰਸਿੱਖਾਂ ਨੂੰ ਸਦਾ ਆਨੰਦ ਦਿੰਦੇ ਹਨ। ਆਪ ਹੀ ਉਪਮੇਯ ਰੂਪ ਹਨ। ਮਹਾਰਾਜ ਜੀ ਆਪ ਜੀਆਂ ਦੇ ਚਰਨਾਂ ਕਮਲਾਂ ਦੀ ਉਪਮਾ ਨਹੀਂ ਅਸੀਂ ਕਿਸੇ ਨਾਲ ਕਰ ਸਕਦੇ, ਕਿਉਂਕਿ ਆਪ ਜੀਆਂ ਦੇ ਚਰਨ ਆਪ ਜੀਆਂ ਦੇ ਚਰਨ ਹੀ ਹਨ। ਉਹਨਾਂ ਦੀ ਉਪਮਾ ਕੁੱਲ ਜਹਾਨ ਦੇ ਵਿੱਚ ਮਹਾਰਾਜ ਜੀ ਕਿਤੇ ਨਹੀਂ ਲੱਭ ਸਕਦੀ। ਐਸੇ ਧਰਮਵੀਰ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਾਧ ਸੰਗਤ ਜੀ ਵੀਰ ਰਸ ਸਹਿਤ ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਸੰਤ ਦੇ ਨਾਲ ਸਿਪਾਹੀ, ਜਿਸ ਜਗ੍ਹਾ ਤੇ ਸਤੋ ਗੁਣੀ ਜਿਸ ਤਰ੍ਹਾਂ ਸਤ ਸੰਤੋਖ ਦਇਆ ਧਰਮ ਇਤਿਆਦਿਕ ਪਿਆਲੇ ਗੁਰਸਿੱਖਾਂ ਨੂੰ ਪਿਆਏ ਜਾਂਦੇ ਸਨ, ਹਜੂਰ ਨੇ 20 ਰਸੀ ਪਿਆਲੇ ਪਾ ਕੇ ਗੁਰਸਿੱਖਾਂ ਦੇ ਵਿੱਚ ਢਾਡੀ ਵਾਰਾਂ ਹਜੂਰ ਨੇ ਪ੍ਰਚੰਡ ਕੀਤੀਆਂ ਹਨ। ਮਹਾਰਾਜ ਜੀਆਂ ਨੇ ਅਕਾਲ ਤਖਤ ਸਾਹਿਬ ਜੀਆਂ ਦੀ ਹਜੂਰ ਨੇ ਜਿਸ ਤਰ੍ਹਾਂ ਸਿਰਜਣਾ ਕੀਤੀ, ਅਤੇ ਸਾਧ ਸੰਗਤ ਜੀ ਹਜੂਰ ਸਦਾ ਹੀ ਗੁਰਸਿੱਖਾਂ ਨੂੰ ਆਨੰਦ ਬਖਸ਼ਦੇ ਆਏ ਹਨ। ਅੱਜ ਦੇ ਦਿਨ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਵਿਖੇ ਜਲੌ ਸਜਦਾ ਹੈ। ਚਾਰੇ ਜੋ ਮਹਾਰਾਜ ਜੀਆਂ ਦੇ ਦਰਵਾਜ਼ੇ ਅੰਦਰ ਹੁੰਦੇ ਹਨ ਸੋਇਨੇ ਦੇ ਜਿਸ ਤਰ੍ਹਾਂ ਲਾਏ ਜਾਂਦੇ ਹਨ, ਜਿਹੜੀਆਂ ਕਈਆਂ ਦੇ ਨਾਲ ਸਾਧ ਸੰਗਤ ਜੀ ਸੇਵਾ ਹੋਈ ਸੀ, ਸੋਇਨੇ ਦੀਆਂ ਕਹੀਆਂ ਉਹ ਸਾਧ ਸੰਗਤ ਜੀ ਤਾਮਗੇ ਇਤਿਆਦਿਕ ਜੋ ਬੇਸ਼ੁਮਾਰ ਕੀਮਤੀ ਮਹਾਰਾਜ ਜੀਆਂ ਦੇ ਸਾਧ ਸੰਗਤ ਜੀ ਹਜੂਰ ਦੇ ਨਾਲ ਸ਼ੋਭਾ ਪਾਉਂਦੇ ਹਨ। ਅੱਜ ਦੇ ਦਿਨ ਉਹ ਜਲੌ ਸਜਾਇਆ ਜਾਂਦਾ ਹੈ। ਇਹ ਸਾਧ ਸੰਗਤ ਜੀ ਸਾਲ ਦੇ ਵਿੱਚ 6 ਵਾਰੀ ਜਿਸ ਤਰ੍ਹਾਂ ਜਲੌ ਸਜਦਾ ਹੈ। ਇੱਕ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਤੇ, ਫਿਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਤੇ, ਫਿਰ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਅੱਜ ਸਾਧ ਸੰਗਤ ਜੀ ਉਹਨਾਂ ਦੇ ਗੁਰਤਾ ਗੱਦੀ ਦਿਵਸ ਤੇ, ਇਸ ਤੋਂ ਉਪਰੰਤ ਨਾਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਤੇ ਜਿਸ ਸਮੇਂ ਪਹਿਲਾ ਪ੍ਰਕਾਸ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਹੁੰਦਾ ਹੈ, ਉਸ ਸਮੇਂ ਸਜਾਇਆ ਜਾਂਦਾ ਹੈ। ਸਾਧ ਸੰਗਤ ਜੀ ਵੱਡ ਜੋਦਾ ਬਹੁ ਪਰ ਉਪਕਾਰੀ, ਜੇ ਹਜੂਰ ਦੇ ਪਰ ਉਪਕਾਰ ਯਾਦ ਕੀਤੇ ਜਾਣ ਸਾਧ ਸੰਗਤ ਜੀ ਕਥਨ ਨਹੀਂ ਕੀਤੇ ਜਾ ਸਕਦੇ। ਜਿਸ ਸਮੇਂ ਚੱਬੇ ਦੀ ਮਾਤਾ ਸੁਲੱਖਣੀ ਜੀ ਜਿਨ੍ਹਾਂ ਦਾ ਨਾਮ ਕਰਕੇ ਆਉਂਦਾ ਹੈ, ਸਭ ਸੰਸਾਰ ਤੋਂ ਸਾਧ ਸੰਗਤ ਜੀ ਜਿਸ ਸਮੇਂ ਮਾਤਾ ਸੁਲੱਖਣੀ ਜੀਆਂ ਨੇ ਹਰੇਕ ਜਗ੍ਹਾ ਤੇ ਜਾ ਕੇ ਪੀਰ ਜਿਸ ਇਤਿਆਦਿਕ ਹਰੇਕ ਜਗ੍ਹਾ ਤੋਂ ਨਿਰਾਸ਼ ਹੋ ਕੇ ਆਏ, ਘਰ ਵਿੱਚ ਕਿਸੇ ਪੁੱਤਰ ਦੀ ਇੱਛਾ ਰੱਖਦੇ ਸਨ ਮਾਤਾ ਜੀ ਕਿ ਕੋਈ ਔਲਾਦ ਘਰ ਵਿੱਚ ਜਨਮ ਲਵੇ। ਉਸ ਸਮੇਂ ਪਤਾ ਲੱਗਾ ਕਿ ਸਾਡੇ ਨਗਰ ਦੇ ਨੇੜੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਪੜਾਅ ਕੀਤਾ ਹੈ ਸੰਗਤਾਂ ਦੇ ਨਾਲ। ਜਿਸ ਸਮੇਂ ਸੰਗਤਾਂ ਸਾਧ ਸੰਗਤ ਜੀ ਗੁਰਸਿੱਖਾਂ ਵਾਸਤੇ ਲੰਗਰ ਲੈ ਕੇ ਗਈਆਂ, ਮਾਤਾ ਸੁਲੱਖਣੀ ਜੀ ਵੀ ਨਾਲ ਆ ਗਏ। ਹਜੂਰ ਦੇ ਪਾਸ ਆ ਕੇ ਪੁੱਤਰ ਦੀ ਇੱਛਾ ਕੀਤੀ। ਮਹਾਰਾਜ ਜੀਆਂ ਨੇ ਕਿਹਾ, ਮਾਤਾ ਜੀ ਤੁਹਾਡੇ ਤਾਂ ਕਰਮਾਂ ਵਿੱਚ ਹੀ ਪੁੱਤਰ ਨਹੀਂ ਹੈਗਾ। ਨਿਰਾਸ਼ ਹੋ ਕੇ ਪਿੱਛੇ ਮਾਤਾ ਜੀ ਮੁੜ ਗਏ। ਉਸ ਸਮੇਂ ਧੰਨ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਅੱਗੋਂ ਮਿਲਦੇ ਹਨ। ਦੇਖਿਆ ਮਾਤਾ ਨਿਰਾਸ਼ ਮੁੜੇ ਜਾਂਦੇ ਹਨ। ਉਸ ਸਮੇਂ ਮਾਤਾ ਨੇ ਕਿਹਾ ਕਿ ਮੈਨੂੰ ਤਾਂ ਹਜੂਰ ਨੇ ਕਹਿ ਦਿੱਤਾ ਹੈ ਕਰਮਾਂ ਵਿੱਚ ਪੁੱਤਰ ਨਹੀਂ ਹੈਗਾ। ਧੰਨ ਭਾਈ ਗੁਰਦਾਸ ਜੀ ਜਾਣਦੇ ਹਨ, ਮਹਾਰਾਜ ਜੀ ਤਾਂ ਆਪ ਆਦ ਪੁਰਖ ਪ੍ਰਤੱਖ ਲਖਿਓ ਅਛਰ ਮਸਤਕ ਧੁਰ। ਹਜੂਰ ਦੇ ਹੱਥ ਵਿੱਚ ਐਸੀ ਕਲਮ ਹੈ ਜੋ ਹਰੇਕ ਦੇ ਮਸਤਕ ਤੇ ਕਰਮ ਆਪ ਲਿਖਦੀ ਹੈ। ਹਜੂਰ ਚਾਹੁਣ ਤਾਂ ਕਿਸੇ ਦੇ ਵੀ ਕਰਮ ਬਦਲ ਸਕਦੇ ਹਨ। ਮਾਤਾ ਜੀਆਂ ਨੂੰ ਕਿਹਾ, ਮਾਤਾ ਜੀ ਆਪ ਜੀ ਹਜੂਰ ਦੇ ਪਾਸ ਫਿਰ ਜਾਇਓ,
ਇਸ ਵਾਰੀ ਹੱਥ ਦੇ ਵਿੱਚ ਇੱਕ ਕਾਗਜ਼ ਤੇ ਕਲਮ ਲੈ ਕੇ ਜਾਇਓ। ਮਹਾਰਾਜ ਜੀਆਂ ਨੂੰ ਕਿਹੋ, ਮਹਾਰਾਜ ਜੀ ਉੱਥੇ ਵੀ ਆਪ ਜੀਆਂ ਨੇ ਲਿਖਣੇ ਸੀ, ਇੱਥੇ ਲਿਖ ਦਵੋ। ਜਿਸ ਸਮੇਂ ਮਾਤਾ ਜੀ ਸਾਧ ਸੰਗਤ ਜੀ ਫਿਰ ਜਾਂਦੇ ਹਨ, ਹਜੂਰ ਦੀਵਾਨ ਤੋਂ ਬਾਅਦ ਜਿਸ ਤਰ੍ਹਾਂ ਘੋੜੇ ਤੇ ਸਵਾਰ ਹੁੰਦੇ ਹਨ, ਮਾਤਾ ਜੀ ਜਿਸ ਤਰ੍ਹਾਂ ਘੋੜੇ ਦੇ ਅੱਗੇ ਆ ਕੇ ਕਹਿੰਦੇ ਹਨ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਸੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਂਦੀ ਹਾਂ ਸਤਿਗੁਰ ਅੱਗੇ। ਮਹਾਰਾਜ ਜੀ ਆਪ ਜੀਆਂ ਦੇ ਪਾਸ ਇੱਕ ਬੇਨਤੀ ਕਰਦੀ ਹਾਂ, ਸੁਲੱਖਣੀ ਵਸਦੀ ਹਾਂ ਚੱਬੇ, ਅਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ। ਮਹਾਰਾਜ ਜੀ ਮੇਰਾ ਜੀਵਨ, ਮਹਾਰਾਜ ਜੀ ਔਲਾਦ ਤੋਂ ਬਿਨਾਂ ਹੀ ਮਹਾਰਾਜ ਜੀ ਮੈਂ ਜਾ ਰਹੀ ਹਾਂ, ਮੈਨੂੰ ਕੋਈ ਤਾਂ ਮਹਾਰਾਜ ਜੀ ਫਲ ਲੱਗੇ। ਹਜੂਰ ਨੇ ਕਿਹਾ ਕਿ ਤੁਹਾਡੇ ਕਰਮਾਂ ਵਿੱਚ ਕੋਈ ਪੁੱਤਰ ਨਹੀਂ ਹੈਗਾ। ਉਸ ਸਮੇਂ ਸਾਧ ਸੰਗਤ ਜੀ ਕਲਮ ਤੇ ਕਾਗਜ਼ ਅੱਗੇ ਕਰ ਦਿੰਦੀ ਹੈ ਮਾਤਾ ਸੁਲੱਖਣੀ ਜੀ। ਮਹਾਰਾਜ ਜੀਆਂ ਨੂੰ ਕਹਿੰਦੇ ਹਨ, ਹਜੂਰ ਆਪ ਜੀਆਂ ਨੇ ਲਿਖਣਾ ਹੈ, ਉੱਥੇ ਨਹੀਂ ਲਿਖਿਆ ਤਾਂ ਇੱਥੇ ਲਿਖ ਦਵੋ। ਉਸ ਸਮੇਂ ਹਜੂਰ ਮੁਸਕਰਾਏ ਹਨ। ਮਹਾਰਾਜ ਜੀਆਂ ਨੇ ਜਾਣ ਲਿਆ ਸੀ ਕਿ ਕਿਸੇ ਗੁਰਸਿੱਖ ਨੇ ਇਹਨਾਂ ਨੂੰ ਭੇਜਿਆ ਹੈ। ਮਹਾਰਾਜ ਜੀ ਘੋੜੇ ਤੇ ਖੜੇ ਕਾਗਜ਼ ਤੇ ਜਿਸ ਸਮੇਂ ਹਜੂਰ ਏਕਾ ਪਾਉਣ ਲੱਗੇ ਹਨ, ਜਿਸ ਤਰ੍ਹਾਂ ਘੋੜਾ ਇੱਕਦਮ ਤੜਪਕਿਆ ਤੇ ਸਾਧ ਸੰਗਤ ਜੀ ਥੋੜੀ ਜੀ ਘੰਡੀ ਮੁੜ ਗਈ। ਏਕਾ ਤੇ ਸਾਤਾ ਇੱਕ ਵਰਗਾ ਥੋੜਾ ਹੁੰਦਾ ਹੈ। ਉਸ ਸਮੇਂ ਹਜੂਰ ਨੇ ਕਿਹਾ, ਜਾ ਤੇਰੇ ਘਰ 7 ਪੁੱਤਰ ਹੋਣਗੇ। ਉਸ ਮਾਤਾ ਜੀਆਂ ਦੇ ਘਰ ਸਾਧ ਸੰਗਤ ਜੀ ਫਿਰ 7 ਸੂਰਬੀਰ ਪੁੱਤਰਾਂ ਨੇ ਜਿਸ ਤਰ੍ਹਾਂ ਜਨਮ ਲਿਆ, ਇਸੇ ਤਰ੍ਹਾਂ ਸਾਧ ਸੰਗਤ ਜੀ ਬੇਅੰਤ ਜ਼ਿਕਰ ਆਉਂਦੇ ਹਨ। ਅਲਮਸਤ ਫਕੀਰ ਸਾਧ ਸੰਗਤ ਜੀ ਅੱਜ ਵੀ ਜਦੋਂ ਹਜੂਰ ਨੂੰ ਕੋਈ ਯਾਦ ਕਰਦਾ ਹੈ, ਮਹਾਰਾਜ ਜੀਆਂ ਨੂੰ ਇਸ ਨੇ ਯਾਦ ਕੀਤਾ। ਨਾਨਕ ਮੱਤੇ ਸਾਹਿਬ ਜੀਆਂ ਦੀ ਧਰਤੀ ਤੇ ਜਿੱਥੇ ਸਾਧ ਸੰਗਤ ਜੀ ਸਿੱਧਾਂ ਨੇ ਉਹ ਮਹਾਰਾਜ ਜੀਆਂ ਦਾ ਲਾਇਆ ਹੋਇਆ ਰੁੱਖ ਜਿਸ ਤਰ੍ਹਾਂ ਸਾੜ ਦਿੱਤਾ ਸੀ, ਇੱਥੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਅਲਮਸਤ ਫਕੀਰ ਨੇ ਐਸਾ ਯਾਦ ਕੀਤਾ ਹੈ। ਹਜੂਰ ਨੇ ਗੁਰਸਿੱਖਾਂ ਨੂੰ ਆਖਿਆ ਹੈ, ਸਿੱਖੋ ਘੋੜੇ ਤੇ ਕਾਠੀਆਂ ਪਾਇਓ। ਮਹਾਰਾਜ ਜੀ ਉਸੇ ਸਮੇਂ ਸਾਧ ਸੰਗਤ ਜੀ ਰਸਤੇ ਵਿੱਚ ਕਿਤੇ ਹਜੂਰ ਨੇ ਪੜਾ ਨਹੀਂ ਕੀਤਾ, ਸਿੱਧਾ ਜਿਸ ਤਰ੍ਹਾਂ ਅਲਮਸਤ ਫਕੀਰ ਨਾਨਕ ਮਤੇ ਮਹਾਰਾਜ ਜੀ ਉਸ ਦੇ ਪਾਸ ਪਹੁੰਚੇ, ਘੋੜੇ ਦੀਆਂ ਟਾਪਾਂ ਸੁਣ ਕੇ ਉਹ ਨਿਹਾਲ ਹੋ ਗਿਆ। ਇਸੇ ਤਰ੍ਹਾਂ ਸਾਧ ਸੰਗਤ ਜੀ ਭਾਈ ਸਾਈਂ ਦਾਸ ਜੀ ਜੋ ਧੰਨ ਬੀਬੀ ਰਾਮੋ ਜੀਆਂ ਦੇ ਸਾਧ ਸੰਗਤ ਜੀ ਪਤੀ ਹਨ, ਭਾਈ ਕੀ ਡਰੌਲੀ ਵਿਖੇ ਨਿਵਾਸ ਕਰਦੇ ਹਨ। ਤੇ ਰਿਸ਼ਤੇ ਦੇ ਵਿੱਚ ਵੀ ਸਾਧ ਸੰਗਤ ਜੀ ਵੱਡੀ ਥਾਂ ਤੇ ਜਿਸ ਤਰ੍ਹਾਂ ਸਾਂਢੂ ਲੱਗਦੇ ਹਨ ਮਹਾਰਾਜ ਜੀਆਂ ਦੇ, ਭਾਈ ਸਾਈਂ ਦਾਸ ਜੀਆਂ ਨੇ ਨਵਾਂ ਘਰ ਬਣਾਇਆ ਹੈ। ਸੋਚਦੇ ਹਨ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿੰਨਾ ਸਮਾਂ ਇਸ ਘਰ ਵਿੱਚ ਚਰਨ ਨਹੀਂ ਪਾਉਂਦੇ ਅਸੀਂ ਉੱਥੇ ਵਸੋਂ ਨਹੀਂ ਕਰਨੀ। ਧੰਨ ਮਾਤਾ ਰਾਮੋ ਜੀ ਕਹਿੰਦੇ ਹਨ ਕਿ ਅਸੀਂ ਹਜੂਰ ਨੂੰ ਚਿੱਠੀ ਪਾਉਣੇ ਹਾਂ। ਉਸ ਸਮੇਂ ਭਾਈ ਸਾਈਂ ਦਾਸ ਕਹਿੰਦਾ ਹੈ, ਜੇ ਹਜੂਰ ਨੂੰ ਚਿੱਠੀ ਪਾ ਕੇ ਬੁਲਾਇਆ ਤਾਂ ਕੀ ਬੁਲਾਇਆ। ਮਹਾਰਾਜ ਜੀਆਂ ਨੂੰ ਰਾਤ ਦਿਨ ਯਾਦ ਕਰਦੇ ਹਨ। ਫਿਰ ਨਾਨਕ ਮਤੇ ਤੋਂ ਜਿਸ ਸਮੇਂ ਹਜੂਰ ਆ ਰਹੇ ਸੀ, ਇਹਨਾਂ ਦੇ ਘਰੇ ਹਜੂਰ ਨੇ ਪੜਾਅ ਕੀਤਾ। ਭਾਈ ਸਾਈਂ ਦਾਸ ਜੀ ਤੇ ਬੀਬੀ ਰਾਮੋ ਹਜੂਰ ਦੇ ਅੱਗੇ ਸੇਵਾ ਕਰਦੇ ਹਨ। ਮਹਾਰਾਜ ਜੀਆਂ ਨੂੰ ਕਿਤੇ ਖੀਰ ਛਕਾਉਂਦੇ ਹਨ। ਮਹਾਰਾਜ ਜੀ ਆਹ ਖਾ ਕੇ ਵੇਖੋ ਬੜੀ ਸਵਾਦ ਬਣੀ ਹੈ, ਮਹਾਰਾਜ ਜੀ ਆਹ ਖਾ ਕੇ ਵੇਖੋ ਆਹ ਵਸਤੂ ਬੜੀ ਸਵਾਦ ਬਣੀ ਹੈ। ਐਸਾ ਪ੍ਰੇਮ ਹੈ ਗੁਰਸਿੱਖਾਂ ਦਾ। ਮਹਾਰਾਜ ਜੀ ਸਾਧ ਸੰਗਤ ਜੀ ਜਿੱਥੇ ਪ੍ਰੇਮ ਮਹਾਰਾਜ ਜੀਆਂ ਨੂੰ ਆਵਾਜ਼ਾਂ ਮਾਰਦਾ ਹੈ, ਵੱਡ ਜੋਧਾ ਬਹੁ ਪਰ ਉਪਕਾਰੀ। ਮਹਾਰਾਜ ਜੀ ਸਾਧ ਸੰਗਤ ਜੀ ਇੱਕ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਪਿੰਗਲਾ ਤੇ ਅੰਨਾ ਸੀ ਨੇਤਰਾਂ ਤੋਂ। ਜਿਸ ਸਮੇਂ ਪਤਾ ਲੱਗਾ ਹਜੂਰ ਦਾ ਦੀਵਾਨ ਲੱਗਾ ਹੈ, ਕਿਸੇ ਨੂੰ ਕਹਿ ਕੇ ਕਹਿੰਦਾ ਹੈ, ਮੈਨੂੰ ਜਿੱਥੇ ਹਜੂਰ ਦੇ ਜੋੜੇ ਹਨ ਉੱਥੇ ਛੱਡ ਦਿੱਤਾ ਜਾਵੇ। ਮਹਾਰਾਜ ਜੀਆਂ ਦੇ ਜੋੜੇ ਜਿਸ ਸਮੇਂ ਨੇਤਰਾਂ ਨਾਲ ਲਾਏ, ਜੋਤ ਆ ਗਈ ਨੇਤਰਾਂ ਵਿੱਚ। ਮਹਾਰਾਜ ਜੀਆਂ ਅੱਗੇ ਢਹਿ ਕੇ ਕਹਿੰਦਾ ਹੈ, ਮਹਾਰਾਜ ਜੀ ਇਹ ਮੇਰਾ ਪਿੰਗਲਾਪਨ ਹੈ ਜੋ ਇਹ ਦੂਰ ਕਰ ਦੋ। ਮਹਾਰਾਜ ਜੀਆਂ ਨੇ ਕਿਹਾ ਸੀ, ਗੁਰੂ ਘਰ ਵਿੱਚ ਝਾੜੂ ਦੀ ਸੇਵਾ ਕਰਿਆ ਕਰ, ਜਿਵੇਂ ਜਿਵੇਂ ਝਾੜੂ ਦੀ ਸੇਵਾ ਕਰੇਗਾ ਉਵੇਂ ਉਵੇਂ ਤੇਰਾ ਇਹ ਜੋ ਰੋਗ ਦੂਰ ਹੁੰਦਾ ਜਾਵੇਗਾ। ਐਸੇ ਵੱਡ ਜੋਧਾ ਬਹੁ ਪਰ ਉਪਕਾਰੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ ਪਾਤਸ਼ਾਹਾਂ ਦੇ ਪਾਤਸ਼ਾਹ ਹਨ। ਜਿਸ ਸਮੇਂ ਉਸ ਜਹਾਂਗੀਰ ਨੇ ਸਾਧ ਸੰਗਤ ਜੀ ਪੁੱਛਿਆ ਸੀ, ਇੱਕ ਘਾਈ ਸਿੰਘ ਜਿਸ ਸਮੇਂ ਆਗਰੇ ਦੇ ਲਾਗੇ ਹਜੂਰ ਨੇ ਪੜਾ ਕੀਤਾ, ਘਾਈ ਸਿੰਘ ਆ ਕੇ ਮਹਾਰਾਜ ਜੀਆਂ ਨੇ ਕਦੇ ਉਹਨੇ ਪਹਿਲਾਂ ਦਰਸ਼ਨ ਨਾ ਸੀ ਕੀਤੇ, ਘਾਹ ਵੇਚ ਕੇ 1 ਟਕਾ ਜਿਸ ਤਰ੍ਹਾਂ ਉਸਨੇ ਕਮਾ ਕੇ ਆਇਆ। ਇੱਕ ਬੰਨੇ ਜਹਾਂਗੀਰ ਦਾ ਪੜਾ ਲੱਗਾ ਸੀ, ਤੰਬੂ ਲੱਗਾ ਸੀ, ਇੱਕ ਬੰਨੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਪੜਾ ਲੱਗਾ ਸੀ। ਜਿਸ ਸਮੇਂ ਜਹਾਂਗੀਰ ਦੀ ਸੈਨਾ ਦੇ ਪਾਸ ਜਾ ਕੇ ਪੁੱਛਦਾ ਹੈ ਕਿ ਸੱਚੇ ਪਾਤਸ਼ਾਹ ਕਿੱਥੇ ਹਨ,
ਉਹਨਾਂ ਸੋਚਿਆ ਕਿ ਸਾਰੇ ਮੁਲਕ ਦਾ ਪਾਤਸ਼ਾਹ ਤਾਂ ਜਹਾਂਗੀਰ ਹੈ। ਉਹਨਾਂ ਨੇ ਜਹਾਂਗੀਰ ਦੇ ਤੰਬੂ ਵੱਲ ਜਿਸ ਤਰ੍ਹਾਂ ਇਸ਼ਾਰਾ ਕੀਤਾ, ਉਹ ਗੁਰਸਿੱਖ ਬੜੇ ਅਦਬ ਦੇ ਸਹਿਤ ਗਿਆ ਤੇ ਜਿਸ ਤਰ੍ਹਾਂ ਜਹਾਂਗੀਰ ਬੈਠਾ ਸੀ ਉਸ ਦੇ ਅੱਗੇ ਇੱਕ ਟਕਾ ਰੱਖ ਕੇ ਹੱਥ ਜੋੜ ਕੇ ਸਾਧ ਸੰਗਤ ਜੀ ਜਿਸ ਤਰ੍ਹਾਂ ਕਹਿੰਦਾ ਹੈ, ਜਹਾਂਗੀਰ ਬਹੁਤ ਖੁਸ਼ ਹੋਇਆ, ਕਿਉਂਕਿ ਇੰਨੇ ਅਦਬ ਨਾਲ ਕਦੇ ਕਿਸੇ ਨੇ ਉਹਨਾਂ ਦੇ ਦਰਸ਼ਨ ਨਾ ਸੀ ਕੀਤੇ ਜਹਾਂਗੀਰ ਦੇ। ਉਸ ਸਮੇਂ ਜਹਾਂਗੀਰ ਕਹਿੰਦਾ ਹੈ, ਦੱਸ ਕੀ ਚਾਹੀਦਾ ਹੈ ਤੈਨੂੰ? ਹੱਥ ਜੋੜ ਕੇ ਗੁਰਸਿੱਖ ਘਾਈ ਗੁਰਸਿੱਖ ਕਹਿੰਦਾ ਹੈ, ਮਹਾਰਾਜ ਜੀ ਮੈਨੂੰ ਪਰਲੋਕ ਵਿੱਚ ਜਮਾਂ ਦੀ ਮਾਰ ਨਾ ਖਾਣੀ ਪਵੇ। ਉਸ ਸਮੇਂ ਜਹਾਂਗੀਰ ਕਹਿੰਦਾ ਹੈ, ਤੂੰ ਕੋਈ ਰਾਜ ਨਵਾਬੀ ਮੰਗ, ਤੈਨੂੰ ਮੈਂ ਉਹ ਦੇਣਾ ਹਾਂ, ਪਰ ਪਰਲੋਕ ਵਿੱਚ ਤੇਰੀ ਮੈਂ ਰੱਖਿਆ ਨਹੀਂ ਕਰ ਸਕਦਾ। ਉਸ ਸਮੇਂ ਗੁਰਸਿੱਖ ਨੇ ਪੁੱਛਿਆ, ਆਪ ਜੀ ਕੌਣ ਹੋ? ਨਾਲ ਖੜਾ ਸੇਵਾਦਾਰ ਹੁੰਦਾ ਜਹਾਂਗੀਰ ਦਾ ਕਹਿੰਦਾ ਹੈ, ਇਹ ਸਭ ਹਿੰਦੁਸਤਾਨ ਦੇ ਮਾਲਕ ਹਨ। ਇਹ ਜਿਸ ਤਰ੍ਹਾਂ ਕਹਿੰਦੇ ਹਨ, ਇਹ ਬਾਦਸ਼ਾਹ ਜਹਾਂਗੀਰ ਦਾ ਦਰਬਾਰ ਹੈ। ਗੁਰਸਿੱਖ ਨੇ ਸਾਧ ਸੰਗਤ ਜੀ ਬਿਨਾਂ ਕਿਸੇ ਭੈ ਤੋਂ ਅੱਗੋਂ ਟਕਾ ਚੁੱਕ ਲਿਆ, ਬਾਹਰ ਆ ਗਿਆ। ਉਸ ਸਮੇਂ ਕਹਿੰਦਾ ਹੈ, ਮੈਂ ਤਾਂ ਸੱਚੇ ਪਾਤਸ਼ਾਹ ਕੋਲ ਜਾਣਾ ਸੀ। ਜਹਾਂਗੀਰ ਪਿੱਛੇ ਆ ਰਿਹਾ ਸੀ, ਦੇਖਿਆ ਕਿ ਗੁਰਸਿੱਖ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਤੰਬੂ ਵੱਲ ਜਿਸ ਤਰ੍ਹਾਂ ਗੁਰਸਿੱਖ ਨੇ ਪਿਆਨਾ ਕੀਤਾ, ਜਹਾਂਗੀਰ ਨੇ ਬਚਨ ਕਹੇ ਸੀ, ਜਿਸ ਤਰ੍ਹਾਂ ਸਭ ਸੰਗਤ ਜਿਸ ਦਰਸ਼ਨ ਕੋ ਆਵੈ, ਸੱਚੇ ਪਾਤਸ਼ਾਹ ਕਹਿ ਬੁਲਾਵੈ। ਸਾਰੀਆਂ ਸੰਗਤਾਂ ਜਹਾਂਗੀਰ ਨੇ ਤੱਕਿਆ ਸੀ। ਜਿਸ ਸਮੇਂ ਹਜੂਰ ਦਿੱਲੀ ਦੇ ਵਿੱਚੋਂ ਪਿਆਨਾ ਕੀਤਾ ਸੀ, ਇਹ ਤੱਕਦਾ ਸੀ ਸਭ ਸੰਗਤਾਂ ਦਿੱਲੀ ਦੀਆਂ, ਉਥੋਂ ਦਾ ਲੋਕ ਜਿੰਨਾ ਅਵਾਹਮ ਸੀ ਉਥੋਂ ਦਾ, ਆਪਣੇ ਆਪ ਹਜੂਰ ਦੇ ਅੱਗੇ ਸੀਸ ਝੁਕ ਜਾਂਦਾ ਸੀ, ਕਿਉਂਕਿ ਦੁਨਿਆਵੀ ਬਾਦਸ਼ਾਹ ਦੀ ਸੁੰਦਰਤਾ ਸਰੀਰ ਕਰਕੇ ਹੁੰਦੀ ਹੈ, ਮਹਾਰਾਜ ਜੀਆਂ ਦੀ ਤਾਂ ਰੂਹਾਨੀ ਸੁੰਦਰਤਾ ਸੀ। ਸਭ ਤੱਕਦੇ ਸੀ ਇਹ ਕਿਹੜੇ ਦੇਸ਼ ਦੇ ਪਾਤਸ਼ਾਹ ਆਏ ਹਨ ਜਿਨ੍ਹਾਂ ਦਾ ਐਸਾ ਸੁੰਦਰ ਤੇਜ ਪ੍ਰਤਾਪ ਹੈ। ਜਹਾਂਗੀਰ ਦੀਆਂ ਬੇਗਮਾਂ ਵੀ ਸਾਧ ਸੰਗਤ ਜੀ ਹਜੂਰ ਦਾ ਤੇਜ ਪ੍ਰਤਾਪ ਦੇਖ ਕੇ ਸਾਧ ਸੰਗਤ ਜੀ ਮੋਹਿਤ ਹੋ ਗਈਆਂ ਸਨ। ਇਤਿਆਦਿਕ ਜਿਸ ਸਮੇਂ ਜਹਾਂਗੀਰ ਨੇ ਪੁੱਛਿਆ ਕਿ ਇਹ ਸਾਰੀਆਂ ਸੰਗਤਾਂ ਇਹਨਾਂ ਦੇ ਦਰਸ਼ਨਾਂ ਲਈ ਪਲਟ ਪੈਂਦੀਆਂ ਹਨ, ਇਹਨਾਂ ਨੂੰ ਸੱਚਾ ਪਾਤਸ਼ਾਹ ਕਹਿ ਕੇ ਕਿਉਂ ਬੁਲਾਇਆ ਜਾਂਦਾ ਹੈ? ਉਸ ਸਮੇਂ ਸਾਧ ਸੰਗਤ ਜੀ ਗੁਰਸਿੱਖ ਹਜੂਰ ਦੇ ਤੰਬੂ ਵਿੱਚ ਜਦੋਂ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਤੇ ਢਹਿ ਪੈਂਦਾ ਹੈ, ਮਹਾਰਾਜ ਜੀ ਮੈਂ ਆਪ ਜੀਆਂ ਦੇ ਭੁਲੇਖੇ ਕਿਸੇ ਦੁਨਿਆਵੀ ਬਾਦਸ਼ਾਹ ਦੇ ਚਰਨਾਂ ਤੇ ਢਹਿ ਪਿਆ। ਮਹਾਰਾਜ ਜੀਆਂ ਨੇ ਖੁਸ਼ੀ ਨਾਲ ਕਿਹਾ, ਗੁਰਸਿੱਖਾ ਦੱਸ ਕੀ ਇੱਛਾ ਹੈ? ਮਹਾਰਾਜ ਜੀ ਮੈਨੂੰ ਜਮਾਂ ਦੀ ਮਾਰ ਨਾ ਖਾਣੀ ਪਵੇ। ਹਜੂਰ ਨੇ ਬਚਨ ਕਹੇ ਸੀ, ਜਾ ਗੁਰਸਿੱਖਾ ਤੈਨੂੰ ਜਮਾਂ ਦਾ ਮੂੰਹ ਨਹੀਂ ਵੇਖਣਾ ਪਵੇਗਾ, ਲੋਕ ਸੁਖੀ ਪਰਲੋਕ ਖਲਾਸ ਹੋ ਜਾਣਗੇ। ਐਸੇ ਜਿਸ ਸਮੇਂ ਹਜੂਰ ਨੇ ਬਚਨ ਕਹੇ, ਜਹਾਂਗੀਰ ਪਿੱਛੇ ਮਹਾਰਾਜ ਜੀਆਂ ਪਾਸ ਆ ਕੇ ਕਹਿੰਦਾ ਹੈ, ਹਜੂਰ ਆਪ ਜੀਆਂ ਨੇ ਪਰਲੋਕ ਦੇ ਸੁੱਖ ਤਾਂ ਬੜੇ ਸਸਤੇ ਲਾ ਛੱਡੇ ਹਨ, ਇੱਕ ਟਕੇ ਦੇ ਬਦਲੇ ਪਰਲੋਕ ਦੇ ਸੁੱਖ ਮਹਾਰਾਜ ਜੀ ਆਪ ਦੇ ਰਹੇ ਹੋ। ਉਸ ਸਮੇਂ ਮਹਾਰਾਜ ਜੀਆਂ ਨੇ ਕਿਹਾ ਸੀ, ਬਾਦਸ਼ਾਹ ਇਹ ਇੱਕ ਟਕੇ ਦੇ ਬਦਲੇ ਤੇਰਾ ਰਾਜ ਵੀ ਨਹੀਂ ਤੁਲ ਸਕਦਾ। ਪੁੱਛਿਆ, ਹਜੂਰ ਉਹ ਕਿਵੇਂ? ਮਹਾਰਾਜ ਜੀਆਂ ਨੇ ਕਿਹਾ, ਜਹਾਂਗੀਰ ਤੂੰ ਗੁਰਸਿੱਖ ਨੂੰ ਸਭ ਰਾਜ ਦੇ ਰਿਹਾ ਸੀ। ਗੁਰਸਿੱਖ ਨੇ ਕਿਹਾ, ਕਹਿੰਦਾ ਹੈ ਨਹੀਂ ਮਹਾਰਾਜ। ਉਸ ਸਮੇਂ ਹਜੂਰ ਨੇ ਕਿਹਾ, ਗੁਰਸਿੱਖ ਨੇ ਜੁੱਤੀ ਦੀ ਨੋਕ ਤੇ ਤੇਰੇ ਸਭ ਰਾਜ ਠੁਕਰਾ ਦਿੱਤੇ ਹਨ, ਇੱਕ ਟਕੇ ਦੀ ਕੀਮਤ ਤੂੰ ਜਹਾਂਗੀਰ ਕੀ ਜਾਣ ਸਕਦਾ ਹੈ? ਪਤਾ ਲੱਗ ਗਿਆ ਸੀ ਜਹਾਂਗੀਰ ਨੂੰ ਕਿ ਇਹ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਬੇਅੰਤ ਜ਼ਿਕਰ ਆਉਂਦੇ ਹਨ। ਜਿਸ ਤਰ੍ਹਾਂ ਹਜੂਰ ਨੇ ਜਿਸ ਸਮੇਂ ਸ਼ਾਹਜਹਾਨ ਇਧਰ ਜੰਗਲ ਵਿੱਚ ਵਿਚਰ ਰਿਹਾ ਸੀ, ਇਧਰੋਂ ਸਾਧ ਸੰਗਤ ਜੀ 10 ਮੀਲ ਦੀ ਦੂਰੀ ਤੇ ਧਰਮਵੀਰ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜੂਰ ਸਾਧ ਸੰਗਤ ਜੀ ਘੋੜੇ ਤੇ ਸਵਾਰ ਹੋ ਕੇ ਸਿੰਘਾਂ ਦੇ ਸਮੇਤ ਹਜੂਰ ਜੰਗਲ ਨੂੰ ਜਿਸ ਤਰ੍ਹਾਂ ਮਹਾਰਾਜ ਜੀ ਜਾ ਰਹੇ ਸੀ, ਮਹਾਰਾਜ ਜੀਆਂ ਨੇ ਕੀ ਤੱਕਿਆ? ਜਿਸ ਸਮੇਂ ਸ਼ਾਹਜਹਾਨ ਵਾਪਸ ਜਾਣ ਲੱਗਾ, ਇਸ ਦੇ ਪਾਸ ਇੱਕ ਸੁਨਹਿਰੀ ਬਾਜ ਸੀ। ਇਸ ਨੇ ਸ਼ਿਕਾਰ ਕਰਨ ਵਾਸਤੇ ਜਿਸ ਤਰ੍ਹਾਂ ਛੱਡਿਆ, ਗੁਰਸਿੱਖਾਂ ਨੇ ਹਵਾ ਵਿੱਚ ਬਾਜ ਉੱਡਦਾ ਦੇਖਿਆ। ਮਹਾਰਾਜ ਜੀਆਂ ਨੇ ਆਪਣੇ ਕਰ ਕਮਲਾਂ ਤੋਂ ਬਾਜ ਛੱਡ ਕੇ ਉਸ ਸ਼ਾਹਜਹਾਨ ਦਾ ਬਾਜ ਸਾਧ ਸੰਗਤ ਜੀ ਪਕੜ ਲਿਆ। ਕਿਉਂਕਿ ਸਾਧ ਸੰਗਤ ਜੀ ਇੱਕ ਜਿਸ ਤਰ੍ਹਾਂ ਸ਼ਿਕਾਰੀਆਂ ਵਿੱਚ ਰਵਾਇਤ ਹੁੰਦੀ ਹੈ, ਜੇ ਦੂਸਰੇ ਦਾ ਬਾਜ ਇਧਰਲੇ ਬਾਜਾਂ ਨਾਲ ਰਲ ਜਾਵੇ ਉਹ ਫਿਰ ਵਾਪਸ ਨਹੀਂ ਮੰਗ ਸਕਦੇ। ਨਾਲੇ ਮਹਾਰਾਜ ਜੀਆਂ ਨੇ ਆਕਾਸ਼ ਵਿੱਚ ਉੱਡਦਾ ਹੋਇਆ ਬਾਜ ਪਕੜਿਆ ਸੀ।
ਜਿਸ ਸਮੇਂ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਬਾਜ ਪਕੜਿਆ, ਜਹਾਂ ਜੋ ਵਾਹਿਗੁਰੂ ਸ਼ਾਹ ਜਾਣ ਦਾ ਬਾਜ ਸੀ ਉਹ ਰੱਜਿਆ ਹੋਇਆ ਸੀ। ਰੱਜਿਆ ਹੋਇਆ ਬਾਜ ਕਦੇ ਸ਼ਿਕਾਰ ਤੇ ਜਾ ਕੇ ਸਾਧ ਸੰਗਤ ਜੀ ਉਨੀ ਮਾਰ ਨਹੀਂ ਕਰਦਾ। ਜਿਸ ਸਮੇਂ ਹਜੂਰ ਦੇ ਗੁਰਸਿੱਖਾਂ ਨੇ ਪਕੜਿਆ, ਮਹਾਰਾਜ ਜੀਆਂ ਨੂੰ ਦੱਸਦੇ ਹਨ, ਹਜੂਰ ਇਹ ਕੋਈ ਵਲਾਇਤੀ ਬਾਜ ਹੈ ਤੇ ਇਸ ਦੇ ਵਿੱਚ ਬੜੇ ਗੁਣ ਹਨ। ਉਸੇ ਸਮੇਂ ਸਾਧ ਸੰਗਤ ਜੀ ਸ਼ਾਹ ਜਾਣ ਦੇ ਜਿਸ ਤਰ੍ਹਾਂ ਸਿਪਾਹੀ ਆਉਂਦੇ ਹਨ, ਹਜੂਰ ਨੂੰ ਆ ਕੇ ਜਿਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਦਰਬਾਰ ਦਾ ਅਦਬ ਵੀ ਨਹੀਂ ਕਰਦੇ, ਆ ਕੇ ਕਹਿੰਦੇ ਹਨ, ਸ਼ਿਕਾਰੀਆਂ ਦੀ ਰਵਾਇਤ ਅਨੁਸਾਰ ਤਾਂ ਇਹ ਸੀ ਜੇ ਬਾਜ ਨੂੰ ਪਕੜਿਆ ਜਾਵੇ ਬਾਜ ਉਹਦਾ ਹੁੰਦਾ ਹੈ, ਪਰ ਰਾਜ ਦੇ ਨਸ਼ੇ ਦੇ ਵਿੱਚ ਸ਼ਾਹਜਹਾਨ ਜਾਂਦਾ ਜਾਂਦਾ ਕਹਿ ਗਿਆ ਸੀ, ਜਾਓ ਬਾਜ ਪਕੜ ਕੇ ਲੈ ਕੇ ਆਵੋ। ਆ ਕੇ ਕਹਿੰਦੇ ਹਨ, ਬਾਜ ਤੁਸੀਂ ਕਿਹਨੂੰ ਪੁੱਛ ਕੇ ਪਕੜਿਆ ਹੈ? ਅੱਗੇ ਬਾਬਾ ਬਿਧੀ ਚੰਦ ਜੀ ਖੜੇ ਸੀ, ਕਹਿੰਦੇ ਹਨ, ਤੁਹਾਨੂੰ ਪਤਾ ਹੈ ਬਾਜ ਕਿਹਦਾ ਹੈ? ਬਾਬਾ ਬਿਧੀ ਚੰਦ ਜੀ ਕਹਿੰਦੇ ਹਨ, ਦੱਸ ਕਿਹਦਾ ਬਾਜ ਹੈ? ਉਸ ਸਮੇਂ ਸਾਧ ਸੰਗਤ ਜੀ ਇਹ ਸ਼ਾਹਜਹਾਨ ਦੇ ਸਿਪਾਹੀ ਕਹਿੰਦੇ ਹਨ, ਜਿਸ ਦੇ ਰਾਜ ਦੀਆਂ ਕੰਧਾਂ ਹਿਮਾਲਿਆ ਨੂੰ ਛੂੰਹਦੀਆਂ ਹਨ, ਇਹ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦਾ ਬਾਜ ਹੈ, ਜਿਸ ਦੇ ਰਾਜ ਵਿੱਚ ਸੂਰਜ ਉਦੇ ਤੋਂ ਅਸਤ ਹੁੰਦਾ ਹੈ। ਉਸ ਸਮੇਂ ਬਾਬਾ ਬਿਧੀ ਚੰਦ ਜੀ ਵੀਰ ਰਾਸ ਸਹਿਤ ਬੋਲਦੇ ਹਨ, ਤੁਹਾਨੂੰ ਪਤਾ ਬਾਜ ਪਕੜਿਆ ਕਿਹਨੇ ਹੈ? ਉਸ ਸਮੇਂ ਸ਼ਿਕਾਰੀ ਪੁੱਛਦੇ ਹਨ, ਦੱਸੋ ਕਿਹਨੇ ਪਕੜਿਆ ਹੈ? ਬਾਬਾ ਬਿਧੀ ਚੰਦ ਜੀ ਕਹਿੰਦੇ ਹਨ, ਜਿੰਦੇ ਰਾਜ ਦੀਆਂ ਕੰਧਾਂ ਤਰਲੋਕੀ ਨੂੰ ਛੂੰਹਦੀਆਂ ਹਨ, ਧਰਮਵੀਰ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਬਾਜ ਪਕੜਿਆ ਹੈ। ਉਸੇ ਸਮੇਂ ਹੀ ਸ਼ਿਕਾਰੀ ਸਾਧ ਸੰਗਤ ਜੀ ਡਰ ਜਾਂਦੇ ਹਨ, ਵਾਪਸ ਚਲੇ ਜਾਂਦੇ ਹਨ। ਐਸੇ ਸਾਧ ਸੰਗਤ ਜੀ ਤਰਲੋਕੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫਿਰ ਸਾਧ ਸੰਗਤ ਜੀ ਜਿਸ ਤਰ੍ਹਾਂ ਚੜ੍ਹਾਈ ਕਰਕੇ ਆਉਂਦੇ ਹਨ, ਅੱਗੋਂ ਉਹ ਮਹਾਰਾਜ ਜੀ ਫਿਰ ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਜੰਗਾਂ ਕਰਦੇ ਹਨ, ਇਹਨਾਂ ਪਾਪੀਆਂ ਦਾ ਨਾਸ਼ ਕਰਦੇ ਹਨ ਜਿਨ੍ਹਾਂ ਨੇ ਪ੍ਰਜਾ ਨੂੰ ਤੰਗ ਕੀਤਾ ਸੀ। ਧਰਮਵੀਰ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਡ ਜੋਧਾ ਬਹੁ ਪਰ ਉਪਕਾਰੀ, ਜਿੱਥੇ ਹਜੂਰ ਨੇ ਵੀਰ ਰਸ ਦੇ ਪਿਆਲੇ ਪੀਤੇ ਹਨ, ਗੁਰਬਾਣੀ ਦਾ ਇੰਨਾ ਸਤਿਕਾਰ ਹਜੂਰ ਕਰਦੇ ਹਨ। ਮਹਾਰਾਜ ਜੀਆਂ ਦਾ ਦਰਬਾਰ ਸਜਿਆ ਹੈ। ਮਹਾਰਾਜ ਜੀਆਂ ਨੇ ਬਚਨ ਕਹੇ ਹਨ, ਸੁਧ ਸੁਣਾਏ ਰਿਝਾਵੈ ਮੋਹੇ, ਮਨ ਬਾਂਛਤ ਫਲ ਪ੍ਰਾਪਤ ਹੋਵੈ। ਮਹਾਰਾਜ ਜੀਆਂ ਨੇ ਕਿਹਾ, ਕੋਈ ਗੁਰਸਿੱਖ ਐਸਾ ਹੈ ਜਿਹੜਾ ਸਾਨੂੰ ਸੁਧ ਜਪਜੀ ਸਾਹਿਬ ਜੀਆਂ ਦਾ ਪਾਠ ਕੰਠੇ ਸਥਲ ਸਜਾਵੇ ਤੇ ਸਾਨੂੰ ਰਿਝਾ ਲਵੇ, ਮਨ ਬਾਂਛਤ ਉਹਨੂੰ ਜੋ ਮਨ ਦੇ ਵਿੱਚ ਪਾਉਂਦੇ ਹੋਏ ਉਸ ਨੂੰ ਫਲ ਮਿਲਣਗੇ। ਉਸੇ ਸਮੇਂ ਧੰਨ ਭਾਈ ਗੋਪਾਲਾ ਜੀ ਸਾਧ ਸੰਗਤ ਜੀ ਹਫਜ਼ਾਬਾਦ ਦਾ ਜਿੱਥੋਂ ਇਹ ਵਾਸੀ ਹਨ, ਭਾਈ ਗੋਪਾਲਾ ਜੀ ਹਜੂਰ ਦੇ ਪਾਸ ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਜੀ ਜੇ ਆਪ ਕਿਰਪਾ ਕਰੋ ਹਜੂਰ ਦਾਸ ਸੁਣਾ ਸਕਦਾ ਹੈ। ਜਿਸ ਸਮੇਂ ਭਾਈ ਗੋਪਾਲਾ ਜੀਆਂ ਨੇ ਸ਼ੁੱਧ ਜਪਜੀ ਸਾਹਿਬ ਜੀਆਂ ਦਾ ਪਾਠ ਹਜੂਰ ਦੀ ਕਿਰਪਾ ਨਾਲ ਆਰੰਭ ਕੀਤਾ, ਸ਼ਲੋਕ ਪੜਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਐਂਡ ਤੇ ਪੜਦੇ ਹਨ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਸ ਸਮੇਂ ਸ਼ਲੋਕ ਪੜ ਰਹੇ ਸੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਸ ਸਮੇਂ ਸਾਧ ਸੰਗਤ ਜੀ ਆਪਣੇ ਤਖਤ ਤੋਂ ਹਜੂਰ ਥੋੜਾ ਥੋੜਾ ਸਾਧ ਸੰਗਤ ਜੀ ਸਾਈਡ ਨੂੰ ਹੋ ਰਹੇ ਸਨ, ਪਰ ਭਾਈ ਗੋਪਾਲਾ ਜੀਆਂ ਦਾ ਜਿਸ ਤਰ੍ਹਾਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਤਿਲਕ ਦੇਨ ਕੋ ਚਾਹਿਓ ਹਿਰਦੈ, ਸਿੱਖ ਨੇ ਕਰਿਓ ਮਨੋਰਥ ਤਬੈ। ਮਹਾਰਾਜ ਜੀਆਂ ਨੇ ਜਿਸ ਸਮੇਂ ਪਾਠ ਸੁਣਿਆ, ਭਾਈ ਗੋਪਾਲਾ ਜੀਆਂ ਨੇ ਆਪਣੇ ਮਨ ਦੀ ਇੱਛਾ ਦੱਸੀ, ਕਿਉਂਕਿ ਸਾਧ ਸੰਗਤ ਜੀ ਨਿਰਇੱਛਤ ਹੋ ਕੇ ਜਿਸ ਸਮੇਂ ਪਾਠ ਕਰ ਰਹੇ ਸਨ, ਪਰ ਅਖੀਰਲੇ ਸਮੇਂ ਵਿੱਚ ਮਨ ਵਿੱਚ ਇੱਛਾ ਆ ਗਈ। ਹਜੂਰ ਨੇ ਕਿਹਾ ਸੀ ਤਾਂ ਤੈਨੂੰ ਭਾਈ ਗੋਪਾਲਾ ਜੀ ਤਰਲੋਕੀ ਵਿੱਚ ਨਿਗਾਹ ਮਾਰ ਕੇ ਦੇਖਿਆ ਹੈ ਕਿ ਸੁੱਧ ਪਾਠ ਸੁਣਾਉਣ ਦੇ ਬਦਲੇ ਤੁਹਾਨੂੰ ਕੀ ਅਸੀਂ ਦੇ ਸਕਦੇ ਹਾਂ? ਸਾਨੂੰ ਕੁਝ ਨਹੀਂ ਦਿਖਿਆ। ਅਸੀਂ ਸੋਚਿਆ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਜੋ ਸਾਡੇ ਦਾਦਾ ਸਤਿਗੁਰਾਂ ਤੋਂ ਸਾਨੂੰ ਪ੍ਰਾਪਤ ਹੋਇਆ ਹੈ, ਇਹ ਤੁਹਾਨੂੰ ਦੇ ਦਈਏ। ਪਰ ਭਾਈ ਗੋਪਾਲਾ ਜੀ ਮਹਾਰਾਜ ਜੀਆਂ ਨੇ ਕਿਰਪਾ ਦੇ ਨਾਲ ਆਪ ਜੀਆਂ ਦੇ ਮਨ ਵਿੱਚ ਜਦੋਂ ਫੁਰਨਾ ਉੱਠਿਆ, ਫਿਰ ਹਜੂਰ ਨੇ ਜਿਸ ਤਰ੍ਹਾਂ ਫੁਰਨਾ ਜਾਣਿਆ ਸੀ, ਰਹਿਓ ਪੰਚਮੋ ਹੈ ਬੜ ਮੋਲ, ਸੋ ਮੈਂ ਲਿਉ ਗੁਰੂ ਤੇ ਬੋਲ। ਇਹ ਭਾਈ ਗੋਪਾਲਾ ਜੀਆਂ ਨੇ ਮਨ ਵਿੱਚ ਫੁਰਨਾ ਕਰ ਰਿਹਾ ਸੀ, ਜਿਹੜਾ ਪੰਜਵਾਂ ਹੈ ਭਾਵ ਘੋੜਾ ਰਹਿ ਗਿਆ ਸੀ, ਕਿਉਂਕਿ ਸਾਧ ਸੰਗਤ ਜੀ ਮਾੜਾ ਘੋੜਾ
ਹਜੂਰ ਦੀ ਸਵਾਰੀ ਲਈ ਨਾ ਸੀ ਕਾਮਯਾਬ ਹੁੰਦਾ। ਮਹਾਰਾਜ ਜੀਆਂ ਦਾ ਐਡਾ ਸਰੀਰ ਸੀ, ਐਡਾ ਸਾਧ ਸੰਗਤ ਜੀ ਬਲਵਾਨ, ਥੋੜੇ ਥੋੜੇ ਸਮੇਂ ਬਾਅਦ ਘੋੜਾ ਬਦਲਣਾ ਪੈਂਦਾ ਸੀ, ਥੱਕ ਜਾਂਦਾ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਜਦੋਂ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਜੀਆਂ ਦਾ ਯੁੱਧ ਫਤਿਹ ਕੀਤਾ, ਉਹ ਘੋੜਾ ਸੁਹੇਲਾ ਘੋੜਾ, ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਆਨੰਦਪੁਰ ਸਾਹਿਬ ਜੀਆਂ ਦੇ ਪਾਸ ਹੈ, ਉੱਥੇ ਲਿਖੇ ਹੋਏ ਬਚਨ ਹਨ। ਕਈ ਮਣ ਉਸ ਘੋੜੇ ਦੇ ਵਿੱਚੋਂ ਸਿੱਕਾ ਨਿਕਲਿਆ ਸੀ, ਇੰਨੀਆਂ ਗੋਲੀਆਂ ਖਾ ਕੇ ਘੋੜਾ ਸ਼ਹੀਦ ਹੋਇਆ ਸੀ। ਇਤਿਆਦਿਕ ਸਾਧ ਸੰਗਤ ਜੀ ਗੁਰਸਿੱਖ ਨੇ ਮਨ ਵਿੱਚ ਮਨੋਰਥ ਕੀਤਾ, ਜਿਹੜੇ 5 ਘੋੜੇ ਮਹਾਰਾਜ ਜੀਆਂ ਪਾਸ ਆਏ ਹਨ, ਹਜੂਰ ਨੇ 4 ਘੋੜੇ ਸੰਗਤਾਂ ਵਿੱਚ ਜਿਸ ਤਰ੍ਹਾਂ ਖੁਸ਼ੀ ਨਾਲ ਵੰਡ ਦਿੱਤੇ ਹਨ, ਇੱਕ ਘੋੜਾ ਬਚਿਆ ਹੈ, ਉਹ ਸੋਇਨੇ ਦੀ ਕਾਠੀ ਵਾਲਾ ਘੋੜਾ ਜੇ ਮੈਨੂੰ ਮਿਲ ਜਾਵੇ। ਇਹ ਭਾਈ ਗੋਪਾਲਾ ਜੀਆਂ ਨੇ ਮਨ ਵਿੱਚ ਫੁਰਨਾ ਕੀਤਾ, ਸੋ ਮੈਂ ਲਿਉ ਗੁਰੂ ਤੇ ਬੋਲ। ਮਹਾਰਾਜ ਜੀਆਂ ਨੇ ਕਿਹਾ, ਭਾਈ ਗੋਪਾਲਾ, ਸ਼ੁੱਧ ਗੁਰਬਾਣੀ ਦੇ ਪੜ੍ਹਨ ਦੀ ਕੀਮਤ ਤਰਲੋਕੀ ਵਿੱਚ ਕੁਝ ਵੀ ਨਹੀਂ ਹੈਗੀ, ਪਰ ਤੁਸੀਂ ਹਿਰਦੇ ਵਿੱਚ ਇੱਕ ਆਮ ਘੋੜੇ ਦਾ ਮਨੋਰਥ ਕੀਤਾ ਹੈ। ਹਜੂਰ ਨੇ ਗੁਰਸਿੱਖਾਂ ਨੂੰ ਕਿਹਾ ਕਿ ਉਹ ਸੋਨੇ ਦੀ ਕਾਠੀ ਵਾਲਾ ਘੋੜਾ ਭਾਈ ਗੋਪਾਲਾ ਜੀਆਂ ਨੂੰ ਦਿੱਤਾ ਜਾਵੇ। ਹਜੂਰ ਨੇ ਹੋਰ ਵੀ ਬੜੇ ਖੁਸ਼ੇ ਭਾਈ ਗੋਪਾਲਾ ਜੀਆਂ ਨੂੰ ਬਖਸ਼ੇ। ਸਾਧ ਸੰਗਤ ਜੀ ਗੁਰਬਾਣੀ ਦੀ ਸੰਥਿਆ ਸੁਧ, ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਵੀ ਖਾਲਸੇ ਨੂੰ ਸੰਥਿਆ ਬਾਰੇ ਵੀ ਆਖਿਆ ਹੈ। ਇਥੋਂ ਤਿੱਕਰ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਹਨ, ਜਿਨ ਭੈ ਬਾਣੀ ਅਦਬਣਾ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜੋ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ, ਸੋਚਦੇ ਹਾਂ ਕਿ ਆਮ ਪੰਜਾਬੀ ਵਾਂਗੂ ਹੀ ਜੇ ਸਾਨੂੰ ਪੰਜਾਬੀ ਭਾਸ਼ਾ ਆਉਂਦੀ ਹੈ ਗੁਰਬਾਣੀ ਪੜ੍ਹ ਲਵਾਂਗੇ, ਪਰ ਸਾਧ ਸੰਗਤ ਜੀ ਐਸੀ ਬਾਤ ਨਹੀਂ। ਗੁਰਬਾਣੀ ਮਹਾਰਾਜ ਜੀਆਂ ਦੀ ਕਿਰਪਾ ਹੋਵੇ, ਸੰਥਿਆ ਲੈ ਕੇ ਫਿਰ ਪਤਾ ਲੱਗਦਾ ਹੈ ਕਿ ਜਿੱਥੇ ਮਹਾਰਾਜ ਜੀਆਂ ਦੇ ਗੁਰਬਾਣੀ ਦੇ ਅਰਥ ਕਰਨੇ ਕਿੰਨੇ ਮਹਾਰਾਜ ਜੀਆਂ ਦੇ ਮਹਿੰਗੇ ਹਨ, ਗੁਰਬਾਣੀ ਦਾ ਪਾਠ ਕਰਨਾ ਕਿੰਨਾ ਮਹਿੰਗਾ ਹੈ, ਪਰ ਹਜੂਰ ਅੱਗੇ ਅਰਦਾਸ ਕਰਕੇ ਗੁਰਸਿੱਖ ਸੰਥਿਆ ਕਰਦੇ ਹਨ। ਇਸ ਸਥਾਨ ਤੇ ਵੀ ਹਰ ਰੋਜ਼ ਸਤਿਕਾਰਯੋਗ ਗਿਆਨੀ ਲਖਬੀਰ ਸਿੰਘ ਜੀ ਜੋ ਸੰਗਤਾਂ ਨੂੰ ਸਾਧ ਸੰਗਤ ਜੀ ਸੰਥਿਆ ਕਰਵਾਉਂਦੇ ਹਨ। ਮਹਾਰਾਜ ਜੀਆਂ ਨੇ ਸ਼ੁੱਧ ਪਾਠ ਦੀ ਕੀਮਤ ਹਜੂਰ ਕਹਿੰਦੇ ਹਨ, ਅਸੀਂ ਦੱਸ ਹੀ ਨਹੀਂ ਸਕਦੇ ਗੁਰਸਿੱਖੋ ਕਿ ਜੇ ਕੋਈ ਸ਼ੁੱਧ ਜਪਜੀ ਸਾਹਿਬ ਜੀਆਂ ਦਾ ਇੱਕ ਪਾਠ ਕਰਦਾ ਹੈ ਉਸ ਦਾ ਕੀ ਮਹਾਤਮ ਹੈ। ਮਹਾਰਾਜ ਜੀ ਐਸੇ ਧਰਮਵੀਰ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦਾ ਸਾਧ ਸੰਗਤ ਜੀ ਅੱਜ ਗੁਰਤਾ ਗੱਦੀ ਗੁਰਪੁਰਬ ਮਨਾਉਣ ਵਾਸਤੇ ਆਪ ਸਰਬੱਤ ਸੰਗਤਾਂ ਇਕੱਤਰ ਹੋਏ ਹੋ। ਆਓ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਹਰ ਰੋਜ਼ ਆਪ ਬੜੇ ਪ੍ਰੇਮ ਤੇ ਨੇਮ ਨਾਲ ਸ਼ਰਵਣ ਕਰਦੇ ਹੋ। ਅੱਜ ਸਾਰੰਗ ਰਾਗ ਨੂੰ ਹਜੂਰ ਭਾਗ ਲਾ ਰਹੇ ਹਨ। ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਮਹਾਰਾਜ ਜੀਆਂ ਦਾ ਦਰਬਾਰ ਸਜਿਆ ਹੈ। ਗੁਰਸਿੱਖ ਸੰਗਤਾਂ ਮਨ ਦੇ ਵਿੱਚ ਵਿਰਾਗ ਹੈ, ਕਿਉਂਕਿ ਹਜੂਰ ਨੇ ਅੱਗੇ ਅਸਾਮ ਨੂੰ ਪਿਆਨਾ ਕਰਨਾ ਹੈ। ਸੰਗਤਾਂ ਦੀ ਇੱਛਾ ਹੈ ਹਜੂਰ ਦੇ ਦਰਸ਼ਨ ਕਰਦੇ ਰਹੀਏ। ਉਸ ਸਮੇਂ ਹਜੂਰ ਗੁਰਸਿੱਖਾਂ ਨੂੰ ਜੋ ਉਪਦੇਸ਼ ਬਖਸ਼ਦੇ ਹਨ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਪਹੁੰਚੀਏ। ਸੱਚੇ ਸਤਿਗੁਰਾਂ ਨੂੰ ਅਦਬ ਸਹਿਤ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਵਿੱਚ ਮਹਾਰਾਜ ਜੀ ਮੰਗਲਾਚਾਰ ਕਰਦੇ ਹਨ, ਬੀਜ ਮੰਤਰ ਹਜੂਰ ਉਚਾਰਦੇ ਹਨ। ਇੱਕ ਓੰਕਾਰ ਜੋ ਪਰਮਾਤਮਾ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਸਾਰੰਗ ਮਹੱਲਾ ਨਾਵਾ। ਰਾਗ ਸਾਰੰਗ, ਸਾਰੰਗ ਰਾਗ ਨੂੰ ਹਜੂਰ ਭਾਗ ਲਾਉਂਦੇ ਹੋਏ ਮਹੱਲਾ ਨਾਵਾ। ਸਾਧ ਸੰਗਤ ਜੀ ਇਸ ਦਾ ਉਚਾਰਨ ਨਾਵਾ ਕਰਦੇ ਹਾਂ, ਜਿਸ ਤਰ੍ਹਾਂ ਹਜੂਰ ਨੇ ਗੁਰਬਾਣੀ ਵਿੱਚ ਵੀ ਜਿਸ ਤਰ੍ਹਾਂ ਉਚਾਰਨ ਕਰਕੇ ਦੱਸਿਆ ਹੈ। ਨਾਵਾ ਖੰਡ ਸਰੀਰ ਇਤਿਆਦਿਕ ਕਈ ਸਾਧ ਸੰਗਤ ਜੀ ਨੌਵਾਂ ਇਤਿਆਦਿਕ ਇਹ ਸੰਥਿਆ ਕਰਕੇ ਹੀ ਪਤਾ ਲੱਗਦਾ ਹੈ। ਮਹਾਰਾਜ ਜੀ ਨਾਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰਾਂ ਦੇ ਘਰ ਵਿੱਚ ਆਏ ਹਨ, ਸਾਡੇ ਤੇ ਹਜੂਰ ਤਰੁੱਠੇ ਹਨ। महाराज जी अमृत बचन की बृष्ट कर कृपा दृष्ट के साथ अमृत गुरबाणी दी वर्खा
ਹਜੂਰ ਕਿਰਪਾ ਦ੍ਰਿਸ਼ਟੀ ਪਾ ਕੇ ਕਰ ਰਹੇ ਹਨ। ਹਰ ਬਿਨ ਤੇਰੋ ਕੋ ਨਾ ਸਹਾਈ। ਮਹਾਰਾਜ ਜੀ ਫਰਮਾਉਂਦੇ ਹਨ, ਉਸ ਕਾਲ ਪੁਰਖ ਹਰੀ ਤੋਂ ਬਿਨਾ ਤੇਰੋ ਕੋ ਨਾ ਸਹਾਈ। ਦੇਖ ਤੂੰ ਕਿੱਥੇ ਚਿਤ ਲਾਈ ਬੈਠਾ ਹੈ, ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਕਾਂ ਕੀ ਮਾਤ ਪਿਤਾ ਸੁਤ ਬਨਤਾ। ਮਹਾਰਾਜ ਜੀ ਫਰਮਾਉਂਦੇ ਹਨ, ਕਿੱਥੋਂ ਦੇ ਹਨ ਤੇਰੇ ਮਾਤਾ ਤੇਰੇ ਪਿਤਾ, ਸੁਤ ਤੇਰਾ ਪੁੱਤਰ ਬਨਤਾ ਤੇਰੀ ਇਸਤਰੀ ਦਾਰਾ। ਕੋ ਕਾਹੂ ਕੋ ਭਾਈ। ਮਹਾਰਾਜ ਜੀ ਆਂਦੇ ਹਨ, ਹੇ ਭਾਈ ਕਿਹੜਾ ਕਿੰਦਾ ਬਣਦਾ ਹੈ ਐਸਾ ਬ੍ਰਹਮ ਗਿਆਨ ਦਾ ਉਪਦੇਸ਼ ਜਿਸ ਤਰ੍ਹਾਂ ਹਜੂਰ ਬਖਸ਼ਦੇ ਹਨ। ਸਾਧ ਸੰਗਤ ਜੀ, ਹਰ ਬਿਨ ਤੇਰੋ ਕੋ ਨਾ ਸਹਾਈ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜੂਰ ਦੇ ਇਤਿਹਾਸ ਵਿੱਚ ਬੇਅੰਤ ਜ਼ਿਕਰ ਆਉਂਦੇ ਹਨ। ਜਿਸ ਸਮੇਂ ਹਜੂਰ ਪਟਿਆਲੇ ਦੇ ਲੱਗ ਜਿਸ ਤਰ੍ਹਾਂ ਭਾਈ ਸੁਥਰਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਸੁਥਰਾ ਸਾਹ ਜੀ ਜਿਸ ਸਮੇਂ ਹਜੂਰ ਪਟਿਆਲੇ ਦੇ ਪਾਸ ਦੀ ਲੰਘ ਰਹੇ ਸਨ, ਮਹਾਰਾਜ ਜੀਆਂ ਨੇ ਤੱਕਿਆ ਸੀ ਕਿ ਇੱਕ ਕਿਸੇ ਗੰਦਗੀ ਵਾਲੀ ਥਾਂ ਤੇ ਕੁਝ ਛੋਟੇ ਜਿਹੇ ਬੱਚੇ ਨੂੰ ਕੋਈ ਸੁੱਟ ਗਿਆ ਸੀ। ਜਿਸ ਸਮੇਂ ਹਜੂਰ ਨੇ ਉਸ ਦੀ ਹਾਲਤ ਦੇਖੀ, ਤੱਕਦੇ ਹੋਏ ਮਹਾਰਾਜ ਜੀਆਂ ਨੇ ਤੱਕਿਆ ਸੀ ਕਿ ਕੋਈ ਛੋਟਾ ਜਿਹਾ ਭੁਜੰਗੀ ਕੋਈ ਇੱਥੇ ਛੱਡ ਗਿਆ ਹੈ। ਮਹਾਰਾਜ ਜੀਆਂ ਨੇ ਗੁਰਸਿੱਖਾਂ ਨੂੰ ਕਹਿ ਕੇ ਉਸ ਨੂੰ ਜਿਸ ਤਰ੍ਹਾਂ ਪੂੰਝਿਆ, ਜਿਸ ਸਮੇਂ ਤੱਕਿਆ ਸੀ, ਕਿਉਂਕਿ ਸਾਧ ਸੰਗਤ ਜੀ ਇਹ ਜੋ ਭਾਈ ਸੁਥਰਾ ਸਾਹ ਜੀ ਸੀ, ਜੰਮਦਿਆਂ ਹੀ ਇਹਨਾਂ ਦੇ ਅਗਲੇ 2 ਦੰਦ ਵੱਡੇ ਸਨ, ਜਿਵੇਂ ਕਿਸੇ ਵੱਡੇ ਆਦਮੀ ਦੇ ਹੁੰਦੇ ਹਨ। ਘਰਦਿਆਂ ਨੇ ਤੱਕਿਆ, ਕਿਹੜੀ ਬਲਾ ਨੇ ਘਰ ਵਿੱਚ ਜਨਮ ਲੈ ਲਿਆ ਹੈ। ਘਰ ਦੇ ਹੀ ਉਸ ਦੇ ਮਾਤਾ ਪਿਤਾ ਉਸ ਨੂੰ ਰੂੜੀਆਂ ਤੇ ਸੱਟ ਗਏ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਹੱਥ ਵਿੱਚ ਜਦੋਂ ਚੱਕਿਆ, ਗੁਰਸਿੱਖ ਆਂਦੇ ਹਨ, ਮਹਾਰਾਜ ਜੀ ਇਹ ਤਾਂ ਖੁਥਰਾ ਹੈ, ਭਾਵ ਇਹ ਤਾਂ ਹਜੂਰ ਲਿਬੜਿਆ ਹੋਇਆ ਹੈ। ਹਜੂਰ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ ਸੀ, ਗੁਰਸਿੱਖੋ ਇਹ ਤਾਂ ਸਾਡਾ ਸੁਥਰਾ ਹੈ, ਭਾਵ ਸੋਹਣਾ ਹੈ। ਮਹਾਰਾਜ ਜੀਆਂ ਦਾ ਇਤਿਹਾਸ ਜ਼ਿਕਰ ਕਰਦਾ ਹੈ, ਲੰਮੇਰੀ ਦੀਰਘਾਯੂ ਹੋਈ ਹੈ ਭਾਈ ਸੁਥਰਾ ਸਾਹ ਜੀਆਂ ਦੀ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਤੱਕ ਗੁਰੂ ਘਰ ਵਿੱਚ ਭਾਈ ਸੁਥਰਾ ਸਾਹ ਜੀਆਂ ਨੇ ਸੇਵਾ ਨਿਭਾਈਆਂ ਹਨ। ਹਜੂਰ ਕਹਿੰਦੇ ਹਨ, ਹਰ ਬਿਨ ਤੇਰੋ ਕੋ ਨਾ ਸਹਾਈ। ਦੇਖ ਹਰੀ ਤੋਂ ਬਿਨਾ ਤੇਰੇ ਕਿੰਨੇ ਸਹਾਇਤਾ ਕਰਨੀ ਹੈ। ਕਾਂ ਕੀ ਮਾਤ ਪਿਤਾ ਸੁਤ ਬਨਤਾ। ਮਾਤਾ ਪਿਤਾ ਹੀ ਸੁੱਟ ਗਏ ਸੀ ਨਾ ਭਾਈ ਸੁਥਰਾ ਸਾਹ ਜੀਆਂ ਨੂੰ। ਹਜੂਰ ਕਹਿੰਦੇ ਹਨ, ਕਿੱਥੋਂ ਦੇ ਹਨ ਤੇਰੇ ਮਾਤਾ ਪਿਤਾ ਸੁਤ ਬਨਤਾ ਪੁੱਤਰ, ਜਿਨ੍ਹਾਂ ਵੱਲ ਤੂੰ ਉਹ ਕਹਿੰਦਾ ਹੈ ਮੇਰਾ ਲੰਮਾ ਚੌੜਾ ਪੁੱਤਰ ਖੜਾ ਹੈ। ਮਿੱਤਰਾਂ ਵੱਲ ਹੱਥ ਕਰਕੇ ਕਹਿੰਦਾ ਹੈ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਹਨ। ਮਹਾਰਾਜ ਜੀ ਕਹਿੰਦੇ ਹਨ, ਕੋ ਕਾਹੂ ਕੋ ਭਾਈ। ਭਾਈ ਇੱਥੇ ਕਿਸੇ ਦਾ ਕੋਈ ਨਹੀਂ ਹੈਗਾ, ਸਭ ਆਪਣੇ ਸਵਾਰਥ ਕਰਕੇ ਲੱਗੇ ਹਨ। ਮਹਾਰਾਜ ਜੀ ਕਹਿੰਦੇ ਹਨ, ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੈ, ਮਨ ਮੇਰੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਆਪਣੇ ਸਵਾਰਥ ਨਾਲ ਤੇਰੇ ਨਾਲ ਲੱਗੇ ਹਨ, ਜਿੱਦਣ ਕੋਈ ਕੰਮ ਨਹੀਂ ਰਹਿ ਜਾਂਦਾ, ਕੋਈ ਤੇਰੇ ਲਾਗੇ ਤਾਗੇ ਨਹੀਂ ਢੁਕਦਾ। ਮਹਾਰਾਜ ਜੀ ਕਿਰਪਾ ਕਰਨ। ਜਿਸ ਤਰ੍ਹਾਂ ਸਾਧ ਸੰਗਤ ਜੀ ਸਾਰਨ ਰਾਗ ਵਿੱਚ ਹਜੂਰ ਕਿਰਪਾ ਕਰਨਗੇ। ਸਮਾਂ ਹੋ ਗਿਆ ਹੈ, ਮਹਾਰਾਜ ਜੀ ਕਿਰਪਾ ਕਰਨ, ਆਪਾਂ ਸ਼ਰਵਣ ਕਰਾਂਗੇ ਮਹਾਰਾਜ ਜੀਆਂ ਦੀ ਗੁਰਬਾਣੀ ਦਾ ਉਪਦੇਸ਼, ਜੋ ਪੱਥਰ ਦਿਲਾਂ ਤੇ ਵੀ ਅਸਰ ਕਰਦਾ ਹੈ, ਸੰਸਾਰ ਦੀ ਹਾਲਤ ਦੱਸਦਾ ਹੈ। ਚੇਤ ਅਚੇਤ ਮਹਾਪਸ ਅੰਤ ਕੀ ਬਾਰ, ਅਕੇਲੋ ਹੀ ਜੈ ਹੈ। ਚੇਤੇ ਕਰ ਲਾ, ਮਹਾਰਾਜ ਜੀ ਕਹਿੰਦੇ ਹਨ, ਪਸ਼ੂ ਬਣਿਆ ਫਿਰਦਾ ਹੈ, ਅੰਤ ਦੇ ਸਮੇਂ ਇਕੱਲੇ ਨੂੰ ਜਾਣਾ ਪਵੇਗਾ। ਧੌਣ ਭੰਡਾਰ ਧੜਾ ਗੜ ਜੇਤਕ, ਛਾੜਤ ਪ੍ਰਾਣ ਬਗਾਨ ਕਹੈ ਹੈ। ਇਹ ਧਰਤੀ ਦਾ ਮਾਣ ਕਰਦਾ ਹੈ, ਕੋਠੀ ਦਾ ਮਾਣ ਕਰਦਾ ਹੈ, ਸਭ ਤੋਂ ਉੱਚੀ ਮੇਰੀ ਹੈ। ਮਹਾਰਾਜ ਜੀ ਕਹਿੰਦੇ ਹਨ, ਪ੍ਰਾਣ ਨਿਕਲਨੇ ਨਹੀਂ, ਪਹਿਲਾਂ ਬਗਾਨੀਆਂ ਹੋ ਜਾਣੀਆਂ ਨੇ। ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਬੇਗ ਨਿਕਾਰੋ ਆਇਸ ਦੈ ਹੈ। ਇਹ ਪੁੱਤਰ ਧੀਆਂ ਮਿੱਤਰ ਜਿਹੜੇ ਹਨ ਤੇਰੇ, ਇਹਨਾਂ ਨੇ ਕਹਿਣਾ ਹੈ ਤਨ ਵਿੱਚੋਂ ਬਦਬੂ ਆਉਂਦੀ ਹੈ, ਛੇਤੀ ਘਰ ਵਿੱਚੋਂ ਕੱਢ ਦਿਓ। ਮਹਾਰਾਜ ਜੀ ਜਿਸ ਤਰ੍ਹਾਂ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦੇ ਹਨ, ਹਿਰਦੇ ਵਿੱਚ ਬਰਾਗ ਹੋ ਆਉਂਦਾ ਹੈ ਮਹਾਰਾਜ ਜੀਆਂ ਦਾ ਉਪਦੇਸ਼ ਸੁਣ ਕੇ। ਗੁਰਸਿੱਖਾਂ ਦਾ ਹਿਰਦਾ ਸਾਧ ਸੰਗਤ ਜੀ ਖਿੜ ਜਾਂਦਾ ਹੈ। ਮਹਾਰਾਜ ਜੀ ਕਿਰਪਾ ਕਰਨ। ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਹੋ ਗਈਆਂ ਹੋਣਗੀਆਂ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ। ਅਰਦਾਸ ਕਰਨੀ, ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ, ਆਪ ਸਰਬੱਤ ਸੰਗਤਾਂ ਨੂੰ
ਧਰਮਵੀਰ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਗੁਰਤਾ ਗੱਦੀ ਪੁਰਬ ਦੀਆਂ ਬੇਅੰਤ ਵਧਾਈਆਂ ਹੋਵਣ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹਰ ਬਿਨ ਤੇਰੋ ਕੋ ਨਾ ਸਹਾਈ, ਕਾਂ ਕੀ ਮਾਤ ਪਿਤਾ ਸੁਤ ਬਨਤਾ, ਕੋ ਕਾਹੂ ਕੋ ਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤ ਨੂੰ 6ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਗੁਰਤਾ ਗੱਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਦਾ ਇਤਿਹਾਸ, ਗੁਰੂ ਕੀਆਂ ਸਾਖੀਆਂ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਾਰਿਆਂ ਤੋਂ ਛੋਟੇ ਸੁਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੀ ਵਿਚਾਰ ਗਿਆਨੀ ਕਰਨਵੀਰ ਸਿੰਘ